ਸਰਕਾਰ ਦਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਕੰਮ ਕਰਨ ਦਾ ਤਰੀਕਾ, ਜਿਹੜੀ ਉਹਨਾਂ ਦੀ ਅਪਰੋਚ ਆ, ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਜਿਹੜੇ ਲੋਕਾਂ ਦਾ ਮੈਂ ਸਮਝਦਾ ਰੈਵਨਿਊ ਆ, ਜਿਹੜਾ ਬਜਟ ਹੈ ਸਰਕਾਰ ਦਾ, ਉਹਦੇ ਵਿੱਚੋਂ ਮਿਸ ਹੋਏ ਨੇ, ਉਹ ਕਾਰਪੋਰੇਟਸ ਨੂੰ ਗਏ ਨੇ। ਜਿਵੇਂ ਮੈਂ ਕਹਿ ਰਿਹਾ ਕਿ ਇੰਸ਼ੋਰੈਂਸ ਦੇ ਨਾਲ ਤਾਂ ਕੈਨੀ ਸਾਹਿਬ ਦਾ ਸ਼ਾਇਦ ਇੰਡਸਟਰੀ ਦੇ ਨਾਲ ਖਾਸ ਲਗਾ ਕਿ ਪਹਿਲਾਂ ਕੈਪ ਜਿਹੜਾ ਰਿਮੂਵ ਕਰ ਦਿੱਤਾ ਆਉਂਦਿਆਂ ਹੀ, ਉਹਨਾਂ ਤੋਂ ਵੀ ਉਹਨਾਂ ਨੂੰ ਤਸੱਲੀ ਨਹੀਂ ਹੋਈ, ਅਤੇ ਹੁਣ ਜਿਹੜਾ ਉਹਨਾਂ ਨੇ ਇਹ ਨੋ ਫਾਲਟ ਦਾ ਅਤੇ ਜਿਹੜੀਆਂ ਹੋਰ ਉਹਨਾਂ ਨੂੰ ਸਹੂਲਤਾਂ ਦੇ ਕੇ ਵੱਡੀਆਂ ਕੰਪਨੀਆਂ ਦੇ ਹੱਕ ਜਿਹੜੇ ਭੁਗਤਣ ਦਾ ਉਹਨਾਂ ਨੇ ਜਿਹੜਾ ਪ੍ਰਬੰਧ ਕੀਤਾ। ਅਤੇ ਇਹਨਾਂ ਦਾ ਆਪਣਾ ਬੈਕਗਰਾਊਂਡ ਹੈ ਕਿ ਜਿਹੜੇ ਇਹਨਾਂ ਦੇ ਇਸ਼ੂ ਮੈਨੇਜਰ ਸੀ ਉਹ ਪਹਿਲਾਂ ਲੌਬੀਇਸਟ ਨੇ, ਰਜਿਸਟਰਡ ਲੌਬੀਇਸਟ ਰਹੇ ਨੇ। ਬਹੁਤ ਹੀ ਮੰਦਭਾਗਾ, ਮੈਂ ਸਮਝਦਾ ਕਿ ਸਾਰੇ ਵਰਗਾਂ ਨੂੰ, ਸਮਾਜ ਦੇ ਸਾਰੇ ਵਰਗਾਂ ਨੂੰ ਇਹਦੇ ਵਿੱਚ ਇਕੱਲੇ ਨੂੰ ਸੋਚਣ ਦੀ ਲੋੜ ਨਹੀਂ, ਸਾਰਿਆਂ ਤੇ ਭਾਰ ਪੈ ਰਿਹਾ। ਬਿਲਕੁਲ ਰਲ ਕੇ ਜਿਹੜੇ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। NDP ਦੀਆਂ ਡਿਫਰੈਂਟ ਪ੍ਰੋਵਿੰਸਸ ਦੇ ਵਿੱਚ ਸਰਕਾਰਾਂ ਰਹੀਆਂ ਨੇ ਜੀ, BC ਦੇ ਵਿੱਚ, ਸਸਕੈਚਮਨ ਦੇ ਵਿੱਚ, ਮੈਨੀਟੋਬਾ ਦੇ ਵਿੱਚ। ਉੱਥੇ ਜਿਸ ਢੰਗ ਦੇ ਨਾਲ ਇਹ ਕੰਮ ਕਰਦਾ ਰਿਹਾ, ਉੱਥੇ ਲੋਕਾਂ ਲਈ ਇਹ ਜਿਹੜਾ ਇੰਸ਼ੋਰੈਂਸ ਦਾ ਰੇਟ ਹੈ ਜਾਂ ਇੰਸ਼ੋਰੈਂਸ ਦੇ ਖਰਚੇ ਉਹਨੂੰ ਘਟਾਉਣ ਦੇ ਕੰਮ ਆਉਂਦਾ ਰਿਹਾ। ਪਰ ਇੱਥੇ ਇਹਨਾਂ ਨੇ ਜਿਹੜੀ ਆ ਬੇਸਿਕਲੀ ਹੇਰਾਫੇਰੀ ਵੀ ਇਹੀ ਕੀਤੀ ਆ, ਆਪੋਜੀਸ਼ਨ ਨੂੰ ਵੀ ਉਹਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਨੋ ਫਾਲਟ ਜਿਹੜਾ ਆ, ਨੋ ਫਾਲਟ ਇੰਸ਼ੋਰੈਂਸ ਜਿਹੜੀ ਆਲਰੇਡੀ ਇਹੋ ਤਾਂ ਇੱਕ ਪ੍ਰੂਵਡ ਜਿਹੜੀ ਪ੍ਰੈਕਟਿਸ ਹੈਗੀ ਆ, ਨਾਲ ਦੀਆਂ ਪ੍ਰੋਵਿੰਸਸ ਚੱਲ ਰਹੀ ਆ, ਅਸੀਂ ਤਾਂ ਉਹਦੇ ਬਰਾਬਰ ਇਹਨੂੰ ਲਿਆ ਰਹੇ ਹਾਂ। ਪਰ ਇਹ ਠੀਕ ਹੈ ਵੀ ਜਿਹੜੇ ਬੁਰੇ ਲੋਕ ਨੇ ਉਹ ਕਿਤੇ ਵੀ ਹੋ ਸਕਦੇ ਨੇ, ਪਰ ਇਸ ਵੇਲੇ ਜਿਹੜੀ ਸਰਕਾਰ ਆ ਉਹਨੇ ਜਿਹੜੀਆਂ ਬੁਰੀਆਂ ਐਗਜ਼ਾਮਪਲ ਸੈੱਟ ਕਰਨ ਦੇ ਉਹ ਰਿਕਾਰਡ ਤੋੜ ਦਿੱਤੇ। ਇਹ ਗੱਲ ਇਕੱਲੀ ਆਪੋਜੀਸ਼ਨ ਨਹੀਂ ਕਹਿੰਦੀ, ਇਹ ਉਹ ਲੋਕ ਵੀ ਕਹਿੰਦੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ 2019 'ਚ ਵੋਟਾਂ ਪਾਈਆਂ ਸੀ। ਦੇਖੋ ਵੀ ਸਰਕਾਰ ਦੀ ਜਿਹੜੀ ਅਲਬਰਟਾ ਦੀ ਪਹੁੰਚ ਆ, ਬੇਸਿਕਲੀ ਕੋਵਿਡ ਨੇ ਪੂਰੀ ਦੁਨੀਆ ਦੇ ਉੱਤੇ ਅਸਰ ਕੀਤਾ, ਕੈਨੇਡਾ ਦੇ ਵੱਖ-ਵੱਖ ਥਾਂ 'ਤੇ ਵੀ ਹੋਇਆ, ਪਰ ਅਲਬਰਟਾ ਦੀ ਸਰਕਾਰ ਨੇ ਜਿਸ ਤਰ੍ਹਾਂ ਇਹਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ, ਉਹ ਤੁਸੀਂ ਇਸ ਢੰਗ ਨਾਲ ਵੀ ਦੇਖ ਸਕਦੇ ਕਿ ਸਰਕਾਰ ਦੀ ਜਿਹੜੀ ਪੋਪੂਲੈਰਿਟੀ ਆ ਕੰਪੈਰੇਟਿਵਲੀ ਉਹ ਇੰਨੀ ਲੋ ਆ ਕੈਨੇਡਾ ਦੇ ਵਿੱਚ, ਸਭ ਤੋਂ ਥੱਲੇ ਜਿਹੜੀ ਆ ਉਹ ਇਸ ਪ੍ਰੀਮੀਅਰ ਦੀ ਲੋਐਸਟ ਜਿਹੜੀ ਪੋਪੂਲੈਰਿਟੀ। ਸਰਕਾਰ ਕੋਲ ਸਾਰਾ ਕੁਛ, ਸਰਕਾਰ ਕੋਲ ਵੋਟਾਂ ਨੇ, ਸਰਕਾਰ ਕੋਲ ਇਮਾਨਦਾਰੀ ਨਹੀਂ, ਪਰ ਮੈਂ ਲੋਕਾਂ ਨੂੰ ਜ਼ਰੂਰ ਚਾਹੁੰਦਾ ਕਿ ਇਹਦੇ ਵੱਲ ਇੱਕ ਤਾਂ ਧਿਆਨ ਦਿੱਤਾ ਜਾਵੇ। ਜਿੰਨੇ ਵੀ ਪਬਲਿਕ ਹੈਲਥ ਆਰਡਰਸ ਉਹਨਾਂ ਨੂੰ ਫਾਲੋ ਕਰੋ। ਵੈਕਸੀਨ ਲੋਕਾਂ ਨੂੰ ਬਚਾਉਂਦਾ, ਇਹ ਗੱਲ ਪ੍ਰੂਵ ਹੋ ਚੁੱਕੀ ਆ, ਉਹਦਾ ਜ਼ਰੂਰ ਤੁਸੀਂ ਫਾਇਦਾ ਲਓ। ਜਿੱਥੇ ਵੈਕਸੀਨ ਅਵੇਲੇਬਲ ਹੈ, ਤੁਸੀਂ ਡਿਊ ਆ ਅਤੇ ਵੈਕਸੀਨ ਤੁਸੀਂ ਜ਼ਰੂਰ ਲਓ, ਅਤੇ ਨਾਲ ਦੀ ਨਾਲ ਸਰਕਾਰ 'ਤੇ ਪ੍ਰੈਸ਼ਰ ਬਿਲਡ ਕਰੋ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਲਬਰਟਾ ਦੀ ਰਾਜਨੀਤੀ ਨੂੰ ਲੈ ਕੇ ਕੀ ਖਬਰਾਂ ਨੇ, ਇਸ ਬਾਬਤ ਗੱਲਬਾਤ ਹੋਵੇਗੀ। ਸਭ ਤੋਂ ਪਹਿਲਾਂ ਗੱਲ ਹੋਵੇਗੀ ਬਿੱਲ 41 ਤੇ, ਫਿਰ ਅਲਬਰਟਾ ਦੇ ਜਸਟਿਸ ਮਿਨਿਸਟਰ KC ਮਾਡੂ ਨੂੰ ਲੈ ਕੇ ਕਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ, ਉਸ ਬਾਬਤ ਗੱਲ ਹੋਵੇਗੀ। ਅਲਬਰਟਾ ਵਿੱਚ ਕੋਵਿਡ ਦੇ ਕੀ ਹਾਲਾਤ ਨੇ, ਇਸ ਬਾਬਤ ਵੀ ਗੱਲ ਹੋਵੇਗੀ। ਔਰ ਅਲਬਰਟਾ ਟੀਚਰ ਐਸੋਸੀਏਸ਼ਨ ਦਾ ਇੱਕ ਸਰਵੇ ਹੈ, ਉਸ ਬਾਬਤ ਵੀ ਗੱਲ ਹੋਵੇਗੀ। ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਸਰਦਾਰ ਜਸਵੀਰ ਦਿਓਲ, ਜਿਹੜੇ ਕਿ NDP ਪਾਰਟੀ ਵੱਲੋਂ MLA ਨੇ, ਐਡਮਿੰਟਨ ਮੈਡੋਸ ਨੂੰ ਰਿਪਰੈਜ਼ੈਂਟ ਕਰਦੇ ਨੇ। ਆਓ ਜੀ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭਾਜੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਫਿਰਮਾਨ ਜੀ, ਤੁਹਾਨੂੰ ਤੇ ਪੰਜਾਬੀ ਨੈਸ਼ਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਅਲੈਕੁਮ। ਦਿਓਲ ਸਾਹਿਬ, ਵੈਸੇ ਤਾਂ ਆਪੋਜੀਸ਼ਨ ਪਾਰਟੀ ਦਾ ਕੰਮ ਜਿਹੜਾ ਵਾ ਉਹ ਰੂਲਿੰਗ ਪਾਰਟੀ ਨੂੰ ਕ੍ਰਿਟੀਸਾਈਜ਼ ਕਰਨਾ ਵੀ ਹੁੰਦਾ ਵਾ, ਉਹਨਾਂ ਦੇ ਉੱਪਰ ਚੈੱਕ ਰੱਖਣਾ ਵੀ ਹੁੰਦਾ। ਔਰ ਅੱਜ ਤਕਰੀਬਨ ਜਿੰਨੇ ਵੀ ਮੁੱਦੇ ਆਪਾਂ ਗੱਲ ਕਰਨੇ ਆ, ਉਹ ਰੂਲਿੰਗ ਪਾਰਟੀ ਵੱਲੋਂ ਚੁੱਕੇ ਗਏ ਕਦਮ ਨੇ ਜਾਂ ਜਿਹੜੇ ਬਿੱਲ ਪੇਸ਼ ਕੀਤੇ ਗਏ ਨੇ ਜਾਂ ਪਾਸ ਕੀਤੇ ਗਏ, ਉਹਨਾਂ ਬਾਬਤ ਗੱਲਬਾਤ ਹੋਣੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿੱਲ 41 ਦੀ। ਇਸ ਨੂੰ ਲੈ ਕੇ ਇਸ ਵੇਲੇ ਖਬਰਾਂ ਦਾ ਜਿਹੜਾ ਬਾਜ਼ਾਰ ਆ ਕਾਫੀ ਗਰਮ ਆ। ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਬਿੱਲ 41 ਹੈ ਕੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਕ ਇੰਡੀਵਿਜੂਅਲ ਆ ਡਰਾਈਵਰ ਜਾਂ ਇੱਕ ਟੈਕਸੀ ਡਰਾਈਵਰ ਆ, ਉਹਨਾਂ ਦੀ ਲਾਈਫ ਦੇ ਉੱਪਰ ਕੀ ਇਹਦੀਆਂ ਇੰਪਲੀਕੇਸ਼ਨ ਹੋ ਸਕਦੀਆਂ ਨੇ। ਮੋਟੇ ਤੌਰ ਦੇ ਉੱਤੇ ਦੇਖੋ ਜੀ, ਇੰਸ਼ੋਰੈਂਸ ਨੂੰ ਡੀਲ ਕਰਦਾ ਹੈ ਉਹ ਜੀ, ਅਤੇ ਵੱਡਾ ਜਿਹੜਾ ਪੱਖ ਆ, ਮੈਂ ਥੋੜ੍ਹੇ ਸ਼ਬਦਾਂ 'ਚ ਇਹ ਕਹਿਣਾ ਕਿ ਜਿਹੜਾ ਸਰਕਾਰ ਦਾ 2019 ਤੋਂ ਪੈਟਰਨ ਹੈ, ਉਹਨਾਂ ਦੀ ਜਿਹੜੀ ਸਿਧਾਂਤਕ ਪਹੁੰਚ ਹੈ ਅਤੇ ਜਿਹੜਾ ਉਹਦਾ ਨਜ਼ਰੀਆ ਲੋਕਾਂ ਨੂੰ ਸਰਵ ਕਰਨ ਪ੍ਰਤੀ, ਅਤੇ ਜਿਹੜੀ ਉਹਨਾਂ ਦੀ ਅਪਰੋਚ ਹੈ
ਕਾਰਪੋਰੇਟਸ ਨੂੰ ਡੀਲ ਕਰਨ ਪ੍ਰਤੀ ਉਹਨੂੰ ਸਾਹਮਣੇ ਰੱਖ ਕੇ ਦੇਖੋ ਤਾਂ ਇਹਦੇ ਵਿੱਚ ਕੋਈ ਅੰਤਰ ਨਹੀਂ ਹੈ। ਇਹ ਉਹਨੂੰ ਹੀ ਅੱਗੇ ਵਧਾਉਂਦਾ। ਇਹ ਬਿੱਲ ਨੇ ਕੁਛ ਰਿਲੀਫ ਜਿਹੜੀ ਦਿੱਤੀ ਆ ਉਹ ਵੱਡੀਆਂ ਕੰਪਨੀਆਂ ਨੂੰ ਰਿਲੀਫ ਦਿੱਤੀ ਆ, ਚਾਹੇ ਉਹ ਜਿਹੜੀ ਉਹਨਾਂ ਨੂੰ ਕਲੇਮ ਪੇ ਕਰਨ ਵੇਲੇ ਜਿਹੜੀਆਂ ਉਹਨਾਂ ਦੀਆਂ ਓਬਲੀਗੇਸ਼ਨ ਸੀਗੀਆਂ ਉਹਨਾਂ ਦੇ ਵਿੱਚ ਰਿਲੀਫ ਦਿੱਤੀ ਆ, ਇਹ ਕਹਿ ਕੇ ਕਿ ਇਹਦੇ ਨਾਲ ਦੇਖੋ ਜੀ ਜਿਹੜਾ ਉਹਨਾਂ ਦੇ ਉੱਤੇ ਸਟ੍ਰੈਸ ਆ ਉਹ ਘਟੂਗਾ ਤੇ ਪ੍ਰੀਮੀਅਮ ਥੱਲੇ ਜਾਣਗੇ। ਪਰ ਨਾਲ ਦੀ ਨਾਲ ਜਿਹੜਾ ਇੱਕ ਨੋ ਫਾਲਟ ਕਲਾਜ਼ ਆ ਇਹਦੇ ਵਿੱਚ ਉਹ ਐਡ ਕਰ ਦਿੱਤਾ ਗਿਆ। ਨੋ ਫਾਲਟ ਕਲਾਜ਼ ਪਹਿਲਾਂ ਵੀ ਦੂਜੀਆਂ ਪ੍ਰੋਵਿੰਸਸ ਦੇ ਵਿੱਚ ਹੈ ਸੀ ਜੀ। ਉਹ ਇਸ ਢੰਗ ਦੇ ਨਾਲ ਜਿੱਥੇ ਪਹਿਲਾਂ ਸਗੋਂ ਐਨਡੀਪੀ ਗਵਰਨਮੈਂਟਸ ਰਹੀਆਂ ਉਹਨਾਂ ਪ੍ਰੋਵਿੰਸਸ ਦੇ ਵਿੱਚ ਸਰਕਾਰੀ ਇੰਸ਼ੋਰੈਂਸ ਹੈ ਜੀ। ਸਾਡੇ ਗੁਆਂਢੀ ਪ੍ਰੋਵਿੰਸਸ ਨੇ BC ਆ, ਸਸਕੈਚਵਨ ਆ, ਮੈਨੀਟੋਬਾ, ਉਹਨਾਂ ਦੇ ਵਿੱਚ ਉਹ ਲੋਕਾਂ ਦੇ ਜਿਹੜੇ ਪ੍ਰੀਮੀਅਮਸ ਆ ਉਹਦੇ ਲਈ ਉਹਨੂੰ ਘਟਾਉਣ ਲਈ, ਲੋਕਾਂ ਨੂੰ ਰਿਲੀਫ ਦੇਣ ਲਈ ਕੰਮ ਆਉਂਦਾ ਰਿਹਾ। ਬਿਲਕੁਲ। ਪਰ ਇਹ ਜਿਹੜਾ ਇਹਦੀ ਇੰਪਲੀਕੇਸ਼ਨ ਸਾਹਮਣੇ ਆਈ ਹੈ, ਮੈਨੂੰ ਕੁਝ ਦੋਸਤਾਂ ਨੇ, ਕੁਝ ਕੰਸਟੀਚੁਐਂਟਸ ਨੇ ਜਿਹੜੇ ਉਹਨਾਂ ਦੀਆਂ ਰਿਨਿਊਵਲਸ ਆ ਰਹੀਆਂ ਜੀ, ਜਿਹੜੇ ਉਹਨਾਂ ਨੇ ਕੋਰਟ ਭੇਜੇ ਆ, ਉਹ ਨੋ ਫਾਲਟ ਦੇ ਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਡਾਇਰੈਕਟ ਕੰਪਨਸੇਸ਼ਨ ਪ੍ਰੋਪਰਟੀ ਡੈਮੇਜ ਦੀ ਕਵਰੇਜ ਜਿਹੜੀ ਕਲਾਜ਼ ਐਡ ਕੀਤੀ ਆ ਜੀ, ਉਹਦੇ ਨਾਂ ਤੇ ਐਡੀਸ਼ਨਲ $1,000 ਕੋਟੇਸ਼ਨ ਜਿਹੜੀ ਉਹਦੇ ਵਿੱਚ ਐਡ ਹੋ ਕੇ ਆ ਰਿਹਾ। ਸੋ ਇੱਕ ਕਿਸਮ ਦਾ ਲੋਕਾਂ ਤੇ ਵਾਧੂ ਭਾਰ ਪਾ ਦਿੱਤਾ ਗਿਆ। ਪਹਿਲਾਂ ਆਉਂਦਿਆਂ ਨਹੀਂ UCP ਨੇ ਜਦੋਂ 2019 ਪਾਵਰ ਚ ਆਏ ਨੇ ਤੇ NDP ਨੇ ਕੈਪ ਲਾਇਆ ਹੋਇਆ ਸੀ 5% ਇਨਕਰੀਜ਼ ਕੈਪ। ਬਿਲਕੁਲ। ਉਹ ਪਹਿਲਾਂ ਆਉਂਦਿਆਂ ਨੇ ਰੇਟ ਕੈਪ ਜਿਹੜਾ ਰਿਮੂਵ ਕੀਤਾ, ਬਹੁਤ ਸਾਰੀਆਂ ਲੋਕਾਂ ਦੀਆਂ ਇੰਸ਼ੋਰੈਂਸ ਪ੍ਰਾਈਸਿਸ ਵੱਧ ਗਈਆਂ ਤੇ ਉਸ ਵੇਲੇ ਵੀ ਉਹਨਾਂ ਨੇ ਇੱਕ ਕਿਸਮ ਦੀ ਮੌਕਰੀ ਹਾਊਸ ਦੇ ਵਿੱਚ ਸੀ, ਜਦੋਂ ਤੁਸੀਂ ਉਹਨਾਂ ਨੂੰ ਲੋਕਾਂ ਦੇ ਜਿਹੜੇ ਮੁਸ਼ਕਿਲਾਂ ਸੀ ਜਾਂ ਲੋਕਾਂ ਦੀ ਮੰਗ ਸੀ, ਲੋਕਾਂ ਵੱਲੋਂ ਪੇਸ਼ ਕੀਤੇ ਪ੍ਰੂਫ ਜਦੋਂ ਉਹ ਦਿਖਾ ਕੇ ਉੱਥੇ ਜਿਹੜੇ ਇਸ਼ੂ ਰੇਜ਼ ਕਰਦੇ ਸੀ ਤੇ ਬੇਸਿਕ ਕਿਸਮ ਦਾ ਉਹਦੇ ਤੇ ਹੱਸਦੇ ਸੀ। ਤੇ ਇਹ ਜਿਹੜਾ ਬਿੱਲ 41 ਮੈਂ ਸਮਝਦਾ ਇਹਦੇ ਤੇ ਉਹਨਾਂ ਨੇ ਇੱਕ ਵਾਰੀ ਫੇਰ ਜਿਵੇਂ ਮੈਟ ਵੋਲਫ ਨੇ ਜਿਹੜੇ ਇਸ਼ੂ ਮੈਨੇਜਰ ਰਹੇ ਨੇ JSMNI ਦੇ, ਉਹ ਰਜਿਸਟਰਡ ਜਿਹੜੇ ਨੇ ਲੌਬੀਇਸਟ ਰਹੇ ਨੇ ਇੰਸ਼ੋਰੈਂਸ ਕੰਪਨੀਆਂ ਦੇ ਜੀ, ਤਾਂ ਇੱਕ ਵਾਰੀ ਫੇਰ ਉਹਨਾਂ ਨੇ ਜਿਹੜੀ ਸਿਰਫ ਉਹਨਾਂ ਦੀ ਉਹ ਫੇਵਰ ਕੀਤੀ ਆ ਔਰ ਲੋਕਾਂ ਦੇ ਉੱਤੇ ਸਪੈਸ਼ਲੀ ਟੈਕਸੀ ਇੰਡਸਟਰੀ ਆ, ਜਿਹੜੇ ਬਿਜ਼ਨੈਸਸ ਨੇ, ਉਹਨਾਂ ਤੇ ਬਹੁਤ ਵੱਡਾ ਉਹਨਾਂ ਨੇ ਭਾਰ ਪਾਇਆ, ਲੋਕਾਂ ਨੂੰ ਕੋਈ ਰਿਲੀਫ ਨਹੀਂ ਮਿਲੀ। ਭਾਜੀ ਆਪਾਂ ਨਾ ਟੈਕਸੀ ਇੰਡਸਟਰੀ ਬਾਰੇ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਕਿ ਟੈਕਸੀ ਇੰਡਸਟਰੀ ਜਿਹੜੀ ਆ, ਜਦੋਂ ਤੁਹਾਨੂੰ ਯਾਦ ਹੋਵੇ 2014-15 ਦੀ ਗੱਲ ਹੈ, ਜਦੋਂ ਊਬਰ ਜਿਹੜੀ ਹੈ ਐਂਟਰ ਹੁੰਦੀ ਹੈ ਮਾਰਕੀਟ ਦੇ ਵਿੱਚ, ਤੇ ਉਸ ਟਾਈਮ ਤੇ ਸਭ ਤੋਂ ਪਹਿਲਾਂ ਤੇ ਜਿਹੜੀ ਟੈਕਸੀ ਇੰਡਸਟਰੀ ਨੂੰ ਢਾਹ ਲੱਗਦੀ ਹੈ। ਹੁਣ ਦੂਜੀ ਢਾਹ ਲੱਗੀ ਕੋਵਿਡ ਦੇ ਸਮੇਂ ਦੇ ਦੌਰਾਨ, ਕਿਉਂਕਿ ਬਾਕੀ ਇੰਡਸਟਰੀਜ਼ ਨੂੰ ਕਾਫੀ ਹੈਲਪ ਵੀ ਮਿਲੀ ਸਰਕਾਰਾਂ ਵੱਲੋਂ। ਇਹ ਇੱਕ ਅਜਿਹੀ ਇੰਡਸਟਰੀ ਸੀ ਜਿਹੜੀ ਅਣਦੇਖੀ ਕੀਤੀ ਗਈ, ਅਣਗੌਲੀ ਗਈ। ਨੋ ਡਾਊਟ ਅਪੋਜੀਸ਼ਨ ਪਾਰਟੀ ਨੇ, ਮੀਡੀਆ ਨੇ ਕਾਫੀ ਜ਼ੋਰ ਪਾ ਕੇ ਘੱਟੋ ਘੱਟ ਜਿਹੜਾ $1,200 ਦੀ ਵਨ ਟਾਈਮ ਜਿਹੜੀ ਗ੍ਰਾਂਟ ਸੀਗੀ ਵਰਕਰਸ ਦੀ, ਉਹ ਜ਼ਰੂਰ ਦਵਾਈ ਟੈਕਸੀ ਡਰਾਈਵਰਾਂ ਨੂੰ। ਪਰ ਰੀਸੈਂਟਲੀ ਇਹ ਜਿਹੜੀ ਇੰਸ਼ੋਰੈਂਸ ਕੰਪਨੀਜ਼ ਨੂੰ ਇੱਕ ਤਰਫਾ ਜਿਹੜਾ ਬੈਨੀਫਿਟ ਦਿੱਤਣ ਜਾ ਰਿਹਾ ਵਾ, ਤੁਹਾਨੂੰ ਨਹੀਂ ਲੱਗਦਾ ਵੀ ਸੋਚੀ ਸਮਝੀ ਇਹ ਇੱਕ ਸਾਜ਼ਿਸ਼ ਹੋ ਸਕਦੀ ਸਰਕਾਰਾਂ ਦੀ ਔਰ ਕਾਰਪੋਰੇਟ ਘਰਾਣਿਆਂ ਦੀ, ਵੀ ਕਿਸੇ ਨਾ ਕਿਸੇ ਤਰੀਕੇ ਇਹ ਜਿਹੜੀ ਟੈਕਸੀ ਇੰਡਸਟਰੀ ਆ ਇਹਨੂੰ ਖਤਮ ਕੀਤਾ ਜਾਵੇ? ਕਿਉਂਕਿ ਜਿਹੜੀ ਇਹ ਇਨਡਾਇਰੈਕਟਲੀ ਔਰ ਡਾਇਰੈਕਟਲੀ ਜਿਹੜਾ ਵਾ ਜਿਹੜੇ ਰਾਈਡ ਸ਼ੇਅਰ ਕੰਪਨੀਜ਼ ਨੇ, ਊਬਰ ਨੇ, ਲਿਫਟ ਨੇ, ਉਹਨਾਂ ਦੇ ਹੱਕ ਵਿੱਚ ਭੁਗਤਦੀ ਲੱਗਦੀ ਹੈ। ਕੀ ਸੋਚਦੇ ਜੀ? ਦੋ ਗੱਲਾਂ ਨੇ ਜੀ। ਦੇਖੋ, ਇੱਕ ਤਾਂ ਮੇਰੇ ਕਲੀਗ ਨੇ ਜਿਹੜੇ ਇਹਦੇ ਲੀਡ ਲੈ ਰਹੇ ਨੇ, ਇਰਫਾਨ ਸਵੀਰ ਜੀ MLA ਨੇ, ਕੈਲਗਰੀ ਭੁੱਲਰ ਮੁਕਾਲ ਉਹਨਾਂ ਦੀ ਜਿਹੜੀ ਰਾਈਡਿੰਗ ਆ, ਤੇ ਉਹਨਾਂ ਨੇ ਕੈਲਗਰੀ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਕੀਤੀ, ਇੱਥੇ ਵੀ ਕੀਤੀ ਆ। ਬਹੁਤ ਸਾਰੇ ਲੋਕਾਂ ਨੇ ਮੈਨੂੰ ਅਪਰੋਚ ਕੀਤੀ ਸੀ, ਮੈਂ ਉਹਨਾਂ ਦੇ ਨੰਬਰ ਮੀਡੀਆ ਨੂੰ ਵੀ ਦਿੱਤੇ ਨੇ ਜੀ, ਸ਼ਾਇਦ ਉਹਨਾਂ ਨੂੰ ਕਾਲ ਵੀ ਆਈ ਹੋਵੇ ਉਹਦੇ ਨਾਲ ਸੰਬੰਧਿਤ। ਇੱਕ ਤਾਂ ਇਹ ਆ ਵੀ ਟੈਕਸੀ ਇੰਡਸਟਰੀ, ਤੁਹਾਡੀ ਗੱਲ ਸਹੀ ਆ ਵੀ ਪਹਿਲਾਂ ਹੀ ਬੜੇ ਔਖੇ ਸਮੇਂ ਚੋਂ ਲੰਘ ਰਹੀ ਆ ਤੇ ਇਹਦੇ ਤੇ ਹੋਰ ਭਾਰ ਪੈਣ ਵਾਲਾ। ਦੂਸਰੀ ਗੱਲ ਹੈ, ਭਾਰ ਇਕੱਲਾ ਟੈਕਸੀ ਇੰਡਸਟਰੀ ਤੇ ਨਹੀਂ ਹੈ। ਇਹ ਜਿਵੇਂ ਮੈਂ ਤੁਹਾਨੂੰ ਦੱਸਿਆ, ਇੰਡੀਵਿਜੂਅਲ ਇੰਸ਼ੋਰੈਂਸ ਕੋਟੇਸ਼ਨ ਆ ਜੀ, ਲੋਕਾਂ ਨੇ ਮੈਨੂੰ ਜਿਹੜੀਆਂ ਕੁਛ ਮਿੱਤਰ ਸੀ, ਸਲਾਹ ਲੈਣੀ ਚਾਹੁੰਦੇ ਸੀ, 3-4 ਕੰਪਨੀਆਂ ਦਾ ਕੋਟੇਸ਼ਨ ਲਿਆ ਹੋਇਆ। ਮੈਂ ਆਪ ਸਰਪ੍ਰਾਈਜ਼ ਸੀ ਉਹਦੇ ਤੇ ਦੇਖ ਕੇ, ਜਿਹੜਾ ਉਹ ਕਲੌਜ਼ ਹੈ, ਜਿਹੜਾ ਰਾਈਡਰ ਹੈ ਪਾਲਿਸੀ ਤੇ ਲੱਗਾ ਕਿ ਉਹਦੀ ਆਪਣੀ ਜਿਹੜੀ ਕੀਮਤ ਹੈ ਉਹ $1,000 ਹੈ ਸਾਲ ਦੀ, ਹੈ ਨਾ, ਜਿਹੜੀ ਉਹਨਾਂ ਦੀ ਪ੍ਰੀਮੀਅਮ। ਇਹ ਸਾਰੇ ਲੋਕਾਂ ਦੇ ਉੱਤੇ ਭਾਰ ਪੈਣਾ ਜੀ। ਤੇ ਗੱਲ ਇਹ ਆ ਵੀ ਇਹਨੂੰ ਆਪਾਂ ਸਮਝਦੇ ਕਿਵੇਂ? ਹਾਲਾਤ ਇਹ ਨੇ ਵੀ ਜਿਵੇਂ ਤੁਸੀਂ ਕਿਹਾ ਟੈਕਸੀ ਇੰਡਸਟਰੀ ਤੇ ਜੇ ਅਸੀਂ ਸਿਰਫ ਆਪਣੇ ਆਪ ਨੂੰ ਸੈਗਰੀਗੇਟ ਕਰ ਲਈਏ, ਸ਼ਾਇਦ ਅਸੀਂ ਇਹਦਾ ਸ਼ਿਕਾਰ ਨੇ, ਤੇ ਜਿਹੜੇ ਲੋਕ ਵੱਡੀਆਂ ਕੰਪਨੀਆਂ ਦੇ ਹੱਕ 'ਚ ਭੁਗਤਣਾ ਚਾਹੁੰਦੇ ਨੇ, ਕੰਮ ਕਰ ਰਹੇ ਨੇ, ਉਹ ਇਸ ਗੱਲ ਨੂੰ ਵਰਤਦੇ ਨੇ, ਉਹ ਅਵੇਅਰਨੈਸ ਨਹੀਂ ਆਉਣ ਦਿੰਦੇ ਥੱਲੇ। ਇਸ ਵੇਲੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਸਰਕਾਰ ਦਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਕੰਮ ਕਰਨ ਦਾ ਤਰੀਕਾ, ਜਿਹੜੀ ਉਹਨਾਂ ਦੀ ਅਪਰੋਚ ਆ, ਬਿਲੀਅਨਸ ਆਫ ਡਾਲਰ ਜਿਹੜੇ ਆ, ਉਹ ਜਿਹੜੇ ਲੋਕਾਂ ਦਾ ਮੈਂ ਸਮਝਦਾ ਰੈਵਨਿਊ ਆ, ਜਿਹੜਾ ਬਜਟ ਹੈ ਸਰਕਾਰ ਦਾ, ਉਹਦੇ ਵਿੱਚੋਂ ਮਿਸ ਹੋਏ ਨੇ, ਉਹ ਕਾਰਪੋਰੇਟਸ ਨੂੰ ਗਏ ਨੇ। ਬਹੁਤ ਸਾਰੇ ਭਾਰ ਜਿਹੜੇ ਨੇ, ਪਾਰਕਾਂ ਦੇ ਉੱਤੇ ਫੀਸਾਂ ਲੱਗੀਆਂ ਨੇ, ਜਿਹੜੇ ਟੈਕਸ ਜਿਹੜੇ ਨੇ
ਡੀ ਇੰਡੈਕਸ ਹੋਏ ਨੇ, ਉਹਦੇ ਨਾਲ ਜਿਹੜਾ ਆਮ ਆਦਮੀ ਦਾ ਟੈਕਸ ਵਧਿਆ। ਔਰ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਫੀਸਾਂ 23% ਵਧ ਗਈਆਂ ਜੀ। ਔਰ ਜਿਹੜੇ ਯੂਥ ਆ ਉਹਦੀ ਵੇਜ ਰੋਲ ਬੈਕ ਕਰ ਦਿੱਤੀ ਗਈ ਆ, ਤੇ ਉਹਨਾਂ ਤੇ ਭਾਰ ਪਿਆ। ਜਿਹੜਾ ਸਟੂਡੈਂਟਸ ਵਧਣੇ ਨੇ ਯੂਨੀਵਰਸਿਟੀਆਂ 'ਚ, ਉੱਥੋਂ ਸਟਾਫ ਜਿਹੜੇ ਆ ਉਹ ਲੇ ਆਫ ਕਰ ਦਿੱਤੇ ਗਏ ਨੇ। ਇਹਨੂੰ ਇੱਕ ਬਰੋਡਰ ਪਰਸਪੈਕਟਿਵ ਦੇ ਵਿੱਚ ਸਮਝਣ ਦੀ ਲੋੜ ਆ। ਇਹ ਸਮਝ ਕੇ ਇੱਕ ਪ੍ਰੈਸ਼ਰ ਬਿਲਡ ਕਰਨ ਦੀ ਮੈਂ ਸਮਝਦਾ ਲੋੜ ਹੈ, ਤੇ ਇਹ ਬਹੁਤ ਹੀ ਨਿਖੇਧੀਜਨਕ ਕੰਮ ਆ। ਆਪੋਜੀਸ਼ਨ ਆਪਣਾ ਕੰਮ ਕਰ ਰਹੀ ਹੈ, ਤੇ ਮੈਂ ਸਮਝਦਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਅਜਿਹੇ ਕੰਮ ਸਨ ਜਿਨ੍ਹਾਂ ਤੇ ਸਰਕਾਰ ਨੂੰ ਬੈਕਫੁੱਟ ਜਿਹੜਾ ਤੁਰਨਾ ਪਿਆ ਸੀਗਾ ਜੀ। ਇਹਦੇ ਤੇ ਵੀ ਪ੍ਰੈਸ਼ਰ ਬਣਾਇਆ ਜਾ ਸਕਦਾ, ਨਹੀਂ ਤਾਂ ਚੋਣਾਂ ਆਉਣ ਵਾਲੀਆਂ, ਚੋਣਾਂ ਬਹੁਤ ਦੂਰ ਨਹੀਂ ਹਨ, ਬੜੀਆਂ ਨੇੜੇ, ਲੋਕ ਜ਼ਰੂਰ ਆਪਣਾ ਡਿਸੀਜਨ ਦੇਣਗੇ। ਦੋ ਸਾਹਿਬ, ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਕਿ NDP ਇਸ ਵੇਲੇ ਆਪੋਜੀਸ਼ਨ ਪਾਰਟੀ ਦਾ ਰੋਲ ਨਿਭਾ ਰਹੀ ਹੈ। ਨੈਚੁਰਲੀ ਇਹ ਜਿਹੜਾ ਬਿੱਲ ਆ ਇਹ ਲੈਜਿਸਲੇਚਰ ਦੇ ਵਿੱਚ ਪਾਸ ਹੋਇਆ। ਜਦੋਂ ਇਹ ਬਿੱਲ ਪਾਸ ਹੋਣਾ ਸੀ ਜਾਂ ਪੇਸ਼ ਹੋਇਆ ਉਸ ਸਮੇਂ ਤੇ ਉਸ ਤੋਂ ਬਾਅਦ ਹੁਣ ਫੀਲਡ ਦੇ ਵਿੱਚ ਤੁਹਾਡੀ ਪਾਰਟੀ ਜਿਹੜੀ ਆ ਕੀ ਕੰਮ ਕਰ ਰਹੀ ਹੈ ਕਿ ਇਹ ਜਿਹੜਾ ਬਿੱਲ ਆ ਇਹਦੀਆਂ ਜਿਹੜੀਆਂ ਨੈਗੇਟਿਵ ਇੰਪਲੀਕੇਸ਼ਨਸ ਦਾ ਇਹਨਾਂ ਨੂੰ ਰੋਕਿਆ ਜਾ ਸਕੇ ਜਾਂ ਇਹਦੇ ਵਿੱਚ ਕੁਝ ਅਮੈਂਡਮੈਂਟਸ ਕੀਤੀਆਂ ਜਾ ਸਕਣ? ਲੈਜਿਸਲੇਚਰ ਦੇ ਵਿੱਚ ਬਹੁਤ ਜ਼ੋਰਦਾਰ ਢੰਗ ਨਾਲ ਇਹਦਾ ਵਿਰੋਧ ਕੀਤਾ ਗਿਆ ਜੀ। ਸਪੈਸੀਫਿਕਲੀ ਉਹ ਮੱਦਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਜਿਹੜੀਆਂ ਕਾਰਪੋਰੇਟਸ ਦੇ ਹੱਕ 'ਚ ਜਾਂਦੀਆਂ ਸੀਗੀਆਂ, ਵੀ ਜਿਵੇਂ ਜਿਹੜੇ ਸੌਫਟ ਟਿਸ਼ੂ ਇੰਜਰੀ ਕਲੇਮਸ ਜਾਂ ਕਲੇਮਸ ਜਿੱਥੇ ਲੋਕਾਂ ਨੂੰ ਪੇ ਕਰਨੇ ਪੈਂਦੇ ਜੀ, ਜਿਹੜੀਆਂ ਉਹਨਾਂ ਦੇ ਲਾਇਬਿਲਟੀਜ਼ ਤੋਂ ਉਹਨਾਂ ਨੂੰ ਐਬਡੀਕੇਟਸ ਕਰਦੀਆਂ ਸੀਗੀਆਂ। ਤੇ ਪਬਲਿਕ ਦੇ ਵਿੱਚ ਵੀ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੇਰੇ ਜਿਹੜੇ ਕੁਲੀਗ ਨੇ, ਮੇਰੇ ਦੋਸਤ ਇਰਫਾਨ ਸਵੀਰ ਜੀ ਕੈਲਗਰੀ ਤੋਂ MLA ਨੇ ਜੀ, ਕੈਲਗਰੀ ਭੁੱਲਰ ਮੁਕਾਲ ਕੰਸਟੀਚੁਐਂਸੀ ਤੋਂ, ਉਹਨਾਂ ਨੇ ਦੋਨਾਂ ਸ਼ਹਿਰਾਂ ਦੇ ਵਿੱਚ ਲੀਡ ਲੈ ਕੇ ਜਿਹੜੇ ਆ ਉਹ ਜਿਹੜੇ ਸਟੇਕ ਹੋਲਡਰਸ ਨੇ, ਟੈਕਸੀ ਇੰਡਸਟਰੀ ਵਾਲੇ ਵੀ ਨੇ ਤੇ ਆਮ ਪਬਲਿਕ ਚੋਂ ਵੀ, ਉਹਨਾਂ ਨੂੰ ਵੀ ਮਿਲੇ ਨੇ, ਤੇ ਉਹਨਾਂ ਦੀਆਂ ਮੀਟਿੰਗਸ ਵੀ ਅਟੈਂਡ ਕੀਤੀਆਂ ਔਰ ਜਿਹੜੀਆਂ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ ਉਹਦੇ ਤੋਂ ਬਾਅਦ ਜੀ। ਔਰ ਐਡਮਿੰਟਨ ਤੋਂ ਬਹੁਤ ਲੋਕਾਂ ਦੀਆਂ ਜਿਨ੍ਹਾਂ ਦੀਆਂ ਮੈਨੂੰ ਕਾਲਸ ਆਈਆਂ, ਮੈਂ ਉਹਨਾਂ ਦੇ ਨੰਬਰ ਜਿਹੜੇ ਮੀਡੀਆ ਨੂੰ ਵੀ ਭੇਜੇ ਨੇ, ਮੈਂ ਉਹਨਾਂ ਨੂੰ ਈਮੇਲਸ ਕਰਨ ਲਈ ਕਿਹਾ, ਸਾਰੇ MLAs ਨੂੰ ਇਨਕਲੂਡਿੰਗ ਆਪੋਜੀਸ਼ਨ ਤੇ ਜਿਹੜੇ ਸਰਕਾਰੀ ਪੱਖ ਵਾਲੇ ਹੈਗੇ ਆ। ਡੈਫੀਨੇਟਲੀ ਇਹਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਟੈਕਸੀ ਇੰਡਸਟਰੀ ਜਿਹੜੀ ਆ ਉਹਦੇ ਤੇ, ਬਹੁਤ ਇਹਦਾ ਐਡਵਰਸ ਜਿਹੜਾ ਇਫੈਕਟ ਹੈ ਉਹ ਪਹਿਲਾਂ ਹੀ ਬੜੀ ਕੋਵਿਡ ਦੀ ਆ, ਤੁਸੀਂ ਦੇਖ ਲਓ ਜਿਹੜੀ ਬੜੀਆਂ ਤਰ੍ਹਾਂ ਦੀਆਂ ਡਿਵੈਲਪਮੈਂਟਸ ਹੋਈਆਂ ਪਿਛਲੇ ਲੰਬੇ ਸਮੇਂ ਤੋਂ, ਉਹ ਇੱਕ ਸਟਰਗਲ 'ਚ ਆ, ਕਈ ਪੱਖਾਂ ਤੋਂ ਮਾਰ ਜਿਹੜੀ ਚੱਲ ਰਹੀ ਹੈ। ਪਰ ਆਮ ਲੋਕਾਂ ਤੇ ਵੀ ਇਹ ਸਰਕਾਰ ਨੇ ਬਹੁਤ ਇਸ ਇੰਸ਼ੋਰੈਂਸ ਦੇ ਦੌਰਾਨ ਵੀ, ਕਿਉਂਕਿ ਜਿਹੜਾ ਉਹ ਰਾਈਡਰ ਲੱਗਾ ਨੋ ਫਾਲਟ ਇੰਸ਼ੋਰੈਂਸ ਦੇ ਨਾਲ, ਜਿਹੜਾ ਡਾਇਰੈਕਟ ਕੰਪਨਸੇਸ਼ਨ ਪ੍ਰੋਪਰਟੀ ਡੈਮੇਜ ਦਾ ਰਾਈਡਰ ਆ, ਉਹਦੀ ਆਪਣੀ ਕਾਸਟ ਜਿਹੜੀ ਆ $1000 $800 $1200 ਉਹ ਡਿਪੈਂਡ ਕਰਦਾ ਕਿਸੇ ਦਾ ਡਰਾਈਵਿੰਗ ਐਕਸਪੀਰੀਅੰਸ ਕੀ ਹੈ, ਉਹਦੇ ਨਾਲ ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਉਹ ਐਡ ਹੋਈ ਹੈ, ਉਹ ਅਨਵੇਅਰੇਬਲ ਹੈ। ਤੇ ਉਹਦੇ ਤੋਂ ਬਿਨਾਂ ਵੀ ਸਰਕਾਰ ਨੇ ਬਹੁਤ ਕੱਟ ਲਾਏ ਨੇ, ਬਹੁਤ ਜਿਹੜਾ ਲੋਡ ਲੋਕਾਂ ਤੇ ਸਿੱਟਿਆ, ਜਿਹੜਾ ਕਾਰਪੋਰੇਟਸ ਨੂੰ ਪੈਸੇ ਦਿੱਤੇ ਨੇ ਉਹਦਾ ਸਾਰੇ ਦਾ ਸਾਰਾ ਬੋਝ ਲੋਕਾਂ ਤੇ ਆ। ਚਾਹੇ ਉਹ ਤੁਸੀਂ ਸਟੂਡੈਂਟਸ ਦੀਆਂ ਫੀਸਾਂ ਵਧਾ ਦਿੱਤੀਆਂ, ਫੀਸਾਂ ਵਧਾ ਕੇ ਜਿਹੜੇ ਨੇ ਟੀਚਰਸ ਜਿਹੜੇ ਨੇ ਉਹ ਲੇ ਆਫ ਕੀਤੇ ਨੇ ਯੂਨੀਵਰਸਿਟੀਜ਼ ਦੇ ਵਿੱਚੋਂ ਜਾਂ ਪੋਸਟ ਸੈਕੰਡਰੀਜ਼ ਜਿਹੜੇ ਨੇ, ਉਹਦੇ ਤੋਂ ਬਿਨਾਂ ਵੀ ਜਿਹੜੇ ਯੂਥ ਜਿਹੜੇ ਵਿਚਾਰੇ ਮਿਹਨਤ ਕਰਦੇ ਸੀ, ਵਰਕ ਕਰਦੇ ਸੀ ਆਪਣੀ ਐਜੂਕੇਸ਼ਨ ਸੇਵ ਕਰਨ ਲਈ, ਪੈਸੇ ਸੇਵ ਕਰਨ ਲਈ, ਉਹਨਾਂ ਦੀਆਂ ਵੇਜਸ ਰੋਲ ਬੈਕ ਕਰ ਦਿੱਤੀਆਂ। ਟੈਕਸਸ, ਪ੍ਰਾਪਰਟੀ ਟੈਕਸਸ ਡੀ ਇੰਡੈਕਸ ਹੋਏ ਨੇ, ਉਹਦੇ ਨਾਲ ਜਿਹੜਾ ਟੈਕਸ ਦਾ ਅਮਾਊਂਟ ਵਧਿਆ ਲੋਕਾਂ ਦੇ ਸਿਰ ਦੇ ਉੱਤੇ। ਨੰਬਰ ਆਫ ਥਿੰਗ ਜਿਹੜੇ ਆ ਉਹ, ਜਿਵੇਂ ਮੈਂ ਕਹਿ ਹਟਿਆ ਕਿ ਇੰਸ਼ੋਰੈਂਸ ਦੇ ਨਾਲ ਤਾਂ ਚੈਨੀ ਸਾਹਿਬ ਦਾ ਸ਼ਾਇਦ ਇੰਡਸਟਰੀ ਦੇ ਨਾਲ ਖਾਸ ਲਗਾ ਕਿ ਪਹਿਲਾਂ ਕੈਪ ਜਿਹੜਾ ਰਿਮੂਵ ਕਰ ਦਿੱਤਾ ਆਉਂਦਿਆਂ ਹੀ, ਉਹਨਾਂ ਤੋਂ ਵੀ ਉਹਨਾਂ ਨੂੰ ਤਸੱਲੀ ਨਹੀਂ ਹੋਈ, ਤੇ ਹੁਣ ਜਿਹੜਾ ਉਹਨਾਂ ਨੇ ਇਹ ਨੋ ਫਾਲਟ ਦਾ ਤੇ ਜਿਹੜੀਆਂ ਹੋਰ ਉਹਨਾਂ ਨੂੰ ਸਹੂਲਤਾਂ ਦੇ ਕੇ ਵੱਡੀਆਂ ਕੰਪਨੀਆਂ ਦੇ ਹੱਕ ਜਿਹੜੇ ਭੁਗਤਣ ਦਾ ਉਹਨਾਂ ਨੇ ਜਿਹੜਾ ਪ੍ਰਬੰਧ ਕੀਤਾ। ਤੇ ਇਹਨਾਂ ਦਾ ਆਪਣਾ ਬੈਕਗਰਾਊਂਡ ਹੈ ਕਿ ਜਿਹੜੇ ਇਹਨਾਂ ਦੇ ਇਸ਼ੂ ਮੈਨੇਜਰ ਸੀ ਉਹ ਪਹਿਲਾਂ ਲੌਬੀਇਸਟ ਨੇ, ਰਜਿਸਟਰਡ ਲੌਬੀਇਸਟ ਰਹੇ ਨੇ, ਬਹੁਤ ਹੀ ਮੰਦਭਾਗਾ। ਮੈਂ ਸਮਝਦਾ ਕਿ ਸਾਰੇ ਵਰਗਾਂ ਨੂੰ, ਸਮਾਜ ਦੇ ਸਾਰੇ ਵਰਗਾਂ ਨੂੰ ਇਹਦੇ ਵਿੱਚ ਇਕੱਲੇ ਨੂੰ ਸੋਚਣ ਦੀ ਲੋੜ ਨਹੀਂ, ਸਾਰਿਆਂ ਤੇ ਭਾਰ ਪੈ ਰਿਹਾ। ਬਿਲਕੁਲ ਰਲ ਕੇ ਜਿਹੜੇ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। ਤੇ ਬਹੁਤ ਸਾਰੇ ਇਦਾਂ ਦੇ ਮੁੱਦੇ ਸਨ ਪਹਿਲਾਂ ਜਿਨ੍ਹਾਂ ਤੇ ਸਰਕਾਰ ਤੇ ਪ੍ਰੈਸ਼ਰ ਥੱਲੇ ਉਹ ਬੈਕਫੁੱਟ ਤੇ ਵੀ ਕਈ ਗੱਲਾਂ ਤੇ ਹੋਏ ਨੇ। ਤੇ ਨਾਲ ਦੀ ਨਾਲ ਜਿਹੜਾ ਵੀ ਇਲੈਕਸ਼ਨ ਆਉਣ ਵਾਲੀਆਂ ਜ਼ਰੂਰ ਲੋਕਾਂ ਨੂੰ ਮੌਕਾ ਮਿਲੂਗਾ। ਜੇ ਸਰਕਾਰ ਨਹੀਂ ਸੁਣਦੀ ਤਾਂ ਮੈਂ ਸਮਝਦਾ ਕਿ ਲੋਕ ਸਾਲ ਹੋਰ ਰਹਿ ਗਿਆ, ਲੋਕ ਆਪਣੀ ਆਵਾਜ਼ ਜਿਹੜੀ ਆ, ਆਪਣਾ ਮੈਸੇਜ ਜਿਹੜਾ, ਆਪਣੀ ਫੀਡਬੈਕ ਜ਼ਰੂਰ ਦੇਣਗੇ। ਬਿਲਕੁਲ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸਾਨੂੰ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਆ, ਕਿਉਂਕਿ ਹੁਣ ਸ਼ੁਰੂਆਤ ਇੱਕ ਇੰਡਸਟਰੀ ਤੋਂ ਹੋਈ ਹੈ, ਕੱਲ੍ਹ ਨੂੰ ਕੋਈ ਹੋਰ ਇੰਡਸਟਰੀ ਹੋ ਸਕਦੀ ਹੈ। ਇਸੇ ਤਰ੍ਹਾਂ ਸਾਨੂੰ ਇਕੱਤਰ ਹੋਣ ਦੀ ਲੋੜ ਆ ਤਾਂ ਕਿ ਜਿਹੜੇ ਸਾਡੇ ਅਧਿਕਾਰ ਨੇ, ਸਾਡੇ ਇੰਟਰਸਟ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾ ਸਕੇ। ਤੇ ਜਿਵੇਂ ਨਹੀਂ, ਇਹ ਇੱਕ ਇੰਡਸਟਰੀ ਹੈ ਹੀ ਨਹੀਂ। ਹਾਂਜੀ, ਇਹ ਜਿਹੜਾ ਨਾ ਇੰਸ਼ੋਰੈਂਸ
ਜਿਹੜੀ ਇੰਸ਼ੋਰੈਂਸ ਇੰਡਸਟਰੀ ਆ, ਅਲਬਰਟਾ ਦਾ ਜਿਹੜਾ ਇੰਸ਼ੋਰੈਂਸ ਜੀ ਲਾ ਆ, ਉਹਦੇ ਵਿੱਚ ਚੇਂਜਸ ਕੀਤੀਆਂ ਗਈਆਂ। ਉਹ ਇਕੱਲੀ ਇੱਕ ਇੰਡਸਟਰੀ ਤੇ ਨਹੀਂ ਕੀਤੀ ਗਈ, ਉਹਦੇ ਵਿੱਚ ਊਬਰ ਵੀ ਆਊਗੀ, ਬਿਲਕੁਲ, ਉਹਦੇ ਵਿੱਚ ਟੈਕਸੀ ਵੀ ਆਉਂਦੀ ਆ, ਉਹਦੇ ਵਿੱਚ ਤੁਹਾਡੇ ਪ੍ਰਾਈਵੇਟ ਵਹੀਕਲ ਵੀ ਆਉਂਦੇ ਆ। ਬਿਲਕੁਲ। ਪਰ ਲੋਕ ਫੀਲ ਕਿਵੇਂ ਕਰਦੇ, ਲੋਕ ਇੰਟਰਪ੍ਰੀਟ ਕਿਵੇਂ ਕਰਦੇ ਆ, ਇੱਕ ਦੂਜੇ ਨਾਲ ਕਮਿਊਨੀਕੇਟ ਕਿਵੇਂ ਕਰਦੇ ਆ, ਕਿਉਂਕਿ ਸਰਕਾਰਾਂ ਦੀ ਜਿਹੜੀ ਵੱਡੀ ਸਟਰੈਂਥ ਇਸ ਗੱਲ 'ਚ ਹੁੰਦੀ ਆ ਕਿ ਲੋਕ ਆਪਸ ਵਿੱਚ ਡਾਇਲਾਗ ਨਹੀਂ ਕਰਦੇ। ਲੋਕ ਆਪਣੇ ਸੈਕਸ਼ਨ 'ਚ ਰਹਿ ਕੇ ਇਹੀ ਸੋਚਦੇ ਵੀ ਮੇਰੇ ਨਾਲ ਹੀ ਧੱਕਾ ਹੋ ਰਿਹਾ, ਇੱਕ ਦੂਜੇ ਦੀ ਆਵਾਜ਼ 'ਚ ਆਵਾਜ਼ ਨਹੀਂ ਬਣਾਉਂਦੇ। ਇਸ ਗੱਲ ਨੂੰ ਸਮਝਣ ਦੀ ਸਭ ਤੋਂ ਜਿਹੜੀ ਅਜੀਬ ਗੱਲ ਹੈ ਇਸ ਬਿੱਲ ਦੀ, ਉਹ ਇਹ ਹੈ ਵੀ ਅਗਰ ਤੁਸੀਂ ਨੋ ਫਾਲਟ ਜੀ, ਈਵਨ ਦੈਨ ਤੁਹਾਨੂੰ ਜਿਹੜਾ ਵਾ ਉਹ ਕੰਪਨਸੇਸ਼ਨ ਪੇ ਕਰਨਾ ਪੈ ਸਕਦਾ। ਸੋ ਦੈਟ ਇਜ਼ ਵੈਰੀ ਨੋ ਫਾਲਟ ਜਿਹੜਾ ਸੀ ਉਹ ਬੜਾ ਹਿਸਟੋਰਿਕ ਹੈ ਕਿ ਇਹ ਕੈਨੇਡਾ ਦੇ ਵਿੱਚ ਪਹਿਲਾਂ ਕੰਮ ਕਰਦਾ। ਐਨਡੀਪੀ ਦੀਆਂ ਡਿਫਰੈਂਟ ਪ੍ਰੋਵਿੰਸਸ ਦੇ ਵਿੱਚ ਸਰਕਾਰਾਂ ਰਹੀਆਂ ਨੇ ਜੀ, BC ਦੇ ਵਿੱਚ, ਸਸਕੈਚਮਨ ਦੇ ਵਿੱਚ, ਮੈਨੀਟੋਬਾ ਦੇ ਵਿੱਚ। ਉੱਥੇ ਜਿਸ ਢੰਗ ਦੇ ਨਾਲ ਇਹ ਕੰਮ ਕਰਦਾ ਰਿਹਾ, ਉੱਥੇ ਲੋਕਾਂ ਲਈ ਇਹ ਜਿਹੜਾ ਇੰਸ਼ੋਰੈਂਸ ਦਾ ਰੇਟ ਹੈ ਜਾਂ ਇੰਸ਼ੋਰੈਂਸ ਦੇ ਖਰਚੇ ਉਹਨੂੰ ਘਟਾਉਣ ਦੇ ਕੰਮ ਆਉਂਦਾ ਰਿਹਾ। ਬਿਲਕੁਲ। ਪਰ ਇੱਥੇ ਇਹਨਾਂ ਨੇ ਜਿਹੜੀ ਆ ਬੇਸਿਕਲੀ ਹੇਰਾਫੇਰੀ ਵੀ ਇਹੀ ਕੀਤੀ ਆ, ਆਪੋਜੀਸ਼ਨ ਨੂੰ ਵੀ ਉਹਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਨੋ ਫਾਲਟ ਜਿਹੜਾ ਆ, ਨੋ ਫਾਲਟ ਇੰਸ਼ੋਰੈਂਸ ਜਿਹੜੀ ਆਲਰੇਡੀ ਇਹੋ ਤਾਂ ਇੱਕ ਪ੍ਰੂਵਡ ਜਿਹੜੀ ਪ੍ਰੈਕਟਿਸ ਹੈਗੀ ਆ, ਨਾਲ ਦੀਆਂ ਪ੍ਰੋਵਿੰਸਸ ਚੱਲ ਰਹੀ ਆ, ਅਸੀਂ ਤਾਂ ਉਹਦੇ ਬਰਾਬਰ ਇਹਨੂੰ ਲਿਆ ਰਹੇ ਆ। ਪਰ ਜਿਸ ਢੰਗ ਨਾਲ ਇੰਪਲੀਮੈਂਟ ਕੀਤੀ ਗਈ ਉਹ ਤੋਂ ਸਾਫ਼ ਹੋ ਗਿਆ ਕਿ ਲੋਕਾਂ ਤੇ ਬਹੁਤ ਜ਼ਿਆਦਾ ਭਾਰ ਪਿਆ, ਸਪੈਸ਼ਲੀ ਜਿਹੜਾ ਕਮਰਸ਼ੀਅਲ ਬਿਜ਼ਨੈਸਸ ਨੇ ਉਹਨਾਂ ਤੇ ਬਹੁਤ ਵੱਡਾ ਜਿਹੜਾ ਭਾਰ ਪਿਆ। ਔਰ ਜਿਹੜੀਆਂ ਰਿਚ ਕੰਪਨੀਆਂ ਆ, ਜਿਹੜੀਆਂ ਕਾਰਪੋਰੇਟਸ ਨੂੰ ਆਪਰੇਟ ਕਰਦੀਆਂ, ਉਹਨਾਂ ਦੇ ਖਾਤਿਆਂ 'ਚ ਬਿਲੀਅਨਸ ਆਫ ਡਾਲਰ ਸਿੱਧੇ ਜਾ ਰਹੇ ਨੇ। ਬਿਲਕੁਲ। ਤੇ ਹੁਣ ਅਗਲੀ ਆਪਾਂ ਖਬਰ ਜਿਹੜੀ ਹੈਗੀ ਆ ਜੀ, ਸਾਡੇ ਅਲਬਰਟਾ ਦੇ ਜਸਟਿਸ ਮਿਨਿਸਟਰ ਨੇ KC ਮਾੜੂ, ਉਹਨਾਂ ਬਾਰੇ ਗੱਲ ਕਰਦੇ ਹਾਂ। ਮਾਰਚ ਦੇ ਮਹੀਨੇ ਦੀ ਗੱਲ ਆ, ਉਹ ਇੱਕ ਸਕੂਲ ਜ਼ੋਨ ਦੇ ਵਿੱਚ ਗੱਡੀ ਚਲਾ ਰਹੇ ਸੀਗੇ ਤੇ ਜੋ ਖਬਰ ਮਿਲੀ ਹੈ ਉਹਦੇ ਅਨੁਸਾਰ ਉਹ ਫੋਨ ਕਰਦੇ ਸੀਗੇ ਤੇ ਉਹਨਾਂ ਨੂੰ ਟ੍ਰੈਫਿਕ ਟਿਕਟ ਜਿਹੜੀ ਆ $300 ਦੀ ਮਿਲਦੀ ਹੈ। ਫਿਰ ਉਹ ਐਡਮਿੰਟਨ ਦੇ ਜਿਹੜੇ ਪੁਲਿਸ ਚੀਫ ਨੇ ਉਹਨਾਂ ਨੂੰ ਕਾਲ ਕਰਦੇ ਨੇ। ਹਾਲਾਂਕਿ ਉਹ ਦੋਨੋਂ ਪਾਰਟੀਆਂ ਜਿਹੜੀਆਂ, ਪੁਲਿਸ ਚੀਫ ਵੀ ਤੇ KC ਮਾੜੂ ਜੀ, ਦੋਨੋਂ ਕਹਿ ਰਹੇ ਨੇ ਕਿ ਭਾਈ ਅਸੀਂ ਟਿਕਟ ਜਿਹੜੀ ਉਹਨੂੰ ਕੁਐਸ਼ ਕਰਾਉਣ ਦੇ ਲਈ ਕੋਈ ਗੱਲਬਾਤ ਨਹੀਂ ਕੀਤੀ। ਅਸੀਂ ਤਾਂ ਇਹ ਜ਼ਿਕਰ ਕਰਦੇ ਸੀ ਵੀ ਭਾਈ ਮੈਨੂੰ ਲੱਗਦਾ ਵੀ ਮੈਨੂੰ ਨਾ ਲੋਕ ਜਿਹੜੇ ਨੇ ਉਹ ਫੋਲੋ ਕਰ ਰਹੇ ਨੇ, ਔਰ ਖਾਸ ਕਰਕੇ ਮੈਨੂੰ ਲੱਗਦਾ ਵੀ ਰੇਸਿਜ਼ਮ ਦਾ ਸ਼ਿਕਾਰ ਹੋ ਰਿਹਾ ਮੈਂ। ਤੇ ਇਹਦੇ ਬਾਰੇ ਤੁਹਾਡੀ ਕੀ ਗੱਲਬਾਤ ਆ, ਕੀ ਸੋਚਦੇ ਜੀ? ਦੇਖੋ, ਇਹਦੇ ਵਿੱਚ ਉਹ ਸਿੱਧਾ ਹੀ ਫਸਦੇ ਨੇ। ਉਹਦੇ ਵਿੱਚ ਜਿਹੜਾ ਪਬਲਿਕ ਓਪੀਨੀਅਨ ਵੀ ਆ ਉਹ ਵੀ, ਤੇ ਜਿਹੜਾ ਇੱਕ ਪ੍ਰੈਸੀਡੈਂਟ ਹੈ ਪੋਲੀਟੀਸ਼ੀਅਨਾਂ ਦਾ, ਦੂਸਰਾ ਨੋਰਮ ਜੀ, ਜਿਹੜੀ ਕਨਵੈਨਸ਼ਨਲ ਇੱਕ ਵਿਊ ਹੈ, ਉਹ ਕਿਸੇ ਵੀ ਪੱਖ ਤੋਂ ਉਹਨੂੰ ਦੇਖ ਲਓ, ਉਹਨਾਂ ਨੇ ਹਰ ਇੱਕ ਪੱਖ ਤੋਂ ਉਹਦੀ ਉਲੰਘਣਾ ਕੀਤੀ ਹੈ। ਉਹਦੇ ਕੋਈ ਵੀ ਬਹਾਨੇ, ਜਿੰਨੇ ਵੀ ਬਹਾਨੇ ਕੜੇ ਨੇ, ਇੱਕ ਲੈਜਿਸਲੇਟਿਵ ਦੇ ਤੌਰ ਦੇ ਉੱਤੇ ਸਾਡਾ ਬਾਹ ਪੈਂਦਾ ਰਹਿੰਦਾ, ਚਲੋ ਅਸੀਂ ਆਪੋਜੀਸ਼ਨ ਦੇ ਵਿੱਚ ਹੈ। ਜਿੰਨੇ ਉਹਨਾਂ ਨੇ ਬਹਾਨੇ ਵੀ ਘੜੇ ਨੇ, ਜਿਹੜੇ ਲੋਕ ਜਾਣਦੇ ਨੇ, ਜਿਹੜੇ ਰਿਪੋਰਟਿੰਗ ਕਰਦੇ ਨੇ, ਜਿਹੜੇ ਨੇੜਿਓਂ ਹੋ ਕੇ ਦੇਖਦੇ ਨੇ ਕਿ ਸਿਆਸਤ ਕਿਵੇਂ ਕੰਮ ਕਰ ਰਹੀ ਆ, ਸਿਆਸਤ 'ਚ ਕਿਹੜੀ ਧਿਰ, ਕਿਹੜੀ ਪਾਰਟੀ, ਕਿਹੜੇ ਇੰਡੀਵਿਜੂਅਲਸ ਬਿਲਕੁਲ ਕਿਵੇਂ ਕੰਮ ਕਰ ਰਹੇ ਨੇ, ਉਹ ਜਿੰਨੇ ਉਹਨਾਂ ਨੇ ਬਹਾਨੇ ਘੜੇ ਨੇ, ਉਹਨਾਂ ਦੇ ਕੇਸ ਨੂੰ ਉਨਾ ਹੀ ਉਹਨੇ ਕਮਜ਼ੋਰ ਕੀਤਾ। ਬਿਲਕੁਲ। ਜਿਹੜਾ ਰੇਸਿਜ਼ਮ ਦਾ ਇਸ਼ੂ ਉਹਨਾਂ ਨੇ ਚੂਜ਼ ਕੀਤਾ, ਠੀਕ ਆ, ਇਹ ਵਾਪਰਦਾ, ਅਸੀਂ ਵੀ ਇਹਦਾ ਵਿਰੋਧ ਕਰਦੇ ਰਹੇ ਹਾਂ, ਅਸੀਂ ਆਪੋਜੀਸ਼ਨ ਦੇ ਵਿੱਚ ਵੀ, ਸਾਡੀ ਸਰਕਾਰ ਵੀ ਰਹੀ ਆ ਜੀ। ਪਰ ਇਹਦੇ ਤੇ ਉਹ ਆਪਣਾ ਜਿਹੜਾ ਕੋਈ ਐਗਜ਼ਾਮਪਲ ਪੇਸ਼ ਕਰ ਸਕਣ ਕਿ ਜਦੋਂ ਦੇ ਉਹ ਸਰਕਾਰ 'ਚ ਆਏ ਨੇ, ਉਹਨਾਂ ਤੇ ਕੋਈ ਉਹਨਾਂ ਨੇ ਕੰਮ ਕੀਤਾ ਹੋਵੇ, ਉਹਨਾਂ ਦਾ ਕੋਈ ਵਰਣਨਯੋਗ ਜਾਂ ਇਫੈਕਟਿਵ ਜਿਹੜਾ ਕੋਈ ਕੰਮ ਹੋਵੇ। ਸਗੋਂ ਉੱਥੇ ਡਿਨਾਈ ਕਰਦੇ ਰਹੇ ਨੇ, ਹਰ ਗੱਲ ਨੂੰ ਉਹ ਰਿਫਿਊਜ਼ ਕਰਦੇ ਰਹੇ ਨੇ ਤੇ ਸੱਤਾ ਪੱਖ ਦੇ ਉੱਦਾਂ ਦੇ ਲੋਕਾਂ ਦੇ ਹੱਕ 'ਚ ਭੁਗਤਦੇ ਰਹੇ ਨੇ ਜਿਹੜੇ ਇਹਨਾਂ ਇਸ਼ੂਆਂ ਦੀ ਜਿਹੜੀ ਸੈਂਸਿਟੀਵਿਟੀ ਆ ਉਹਨੂੰ ਨਹੀਂ ਸਮਝਦੇ। ਤੇ ਮੈਂ ਸਮਝਦਾ ਕਿ ਕੀ ਸਮਝਦਾ, ਇੱਦਾਂ ਦਾ ਕੋਈ ਵਿਊ ਬੇਸਿਕਲੀ ਆਇਆ ਹੀ ਨਹੀਂ, UCP ਦੇ ਅੰਦਰੋਂ ਵੀ ਨਹੀਂ ਆ ਸਕਿਆ ਜਿਹੜੇ ਉਹਨੂੰ ਡਿਫੈਂਡ ਕਰ ਸਕਣ। ਪਰ ਇਹ ਬੇਸ਼ਰਮੀ ਦੀ ਗੱਲ ਹੈ ਕਿ ਉਹਦੇ ਬਾਵਜੂਦ ਜਿਹੜਾ ਪ੍ਰੀਮੀਅਰ ਸਾਹਿਬ ਆ, ਉਹਨਾਂ ਨੇ ਉਹਨੂੰ ਛੁੱਟੀ 'ਤੇ ਭੇਜ ਦਿੱਤਾ। ਛੁੱਟੀ 'ਤੇ ਭੇਜਦੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਊਗੀ, ਇਨਵੈਸਟੀਗੇਸ਼ਨ ਕਿਸ ਗੱਲ ਦੀ ਹੋਊਗੀ, ਉਹ ਗੱਲ ਸਪਸ਼ਟ ਸਾਹਮਣੇ ਪਈ ਹੈ। ਨਾ ਮਧੂ ਸਾਹਿਬ ਉਹ ਤੋਂ ਮੁੱਕਰ ਸਕਦੇ ਨੇ ਤੇ ਨਾ ਜਿਹੜਾ ਜਿੱਥੇ ਕਾਲ ਗਈ ਆ ਉਹ ਮੁੱਕਰੇ ਨੇ। ਤੇ ਉਹਨਾਂ ਨੂੰ ਚੰਗੀ ਗੱਲ ਇਹ ਆ ਕਿ ਜੇ ਇਹ 2.5-3 ਸਾਲ ਦੇ ਆਪਣੇ ਜਿਹੜੇ ਐਕਸਪੀਰੀਅੰਸ ਤੋਂ ਕੁਝ ਸਿੱਖ ਕੇ ਅੱਗੇ ਵੱਧਦੇ ਤੇ ਲੋਕਾਂ ਨੂੰ ਵੀ ਆਸ ਹੁੰਦੀ, ਕਿਉਂਕਿ ਇਹ ਪਹਿਲੇ ਮਿਨਿਸਟਰ ਨਹੀਂ ਹੈ ਜਿਨ੍ਹਾਂ ਨੂੰ ਇਸ ਢੰਗ ਦੇ ਨਾਲ ਜਾਣਾ ਪਿਆ, ਔਰ ਇਹ ਸ਼ਾਇਦ ਪਹਿਲੀ ਸਰਕਾਰ ਜ਼ਰੂਰ ਹੈ ਜਿਹਦੇ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਮਿਨਿਸਟਰ ਉਹ ਇਦਾਂ ਦੇ ਕੇਸਾਂ 'ਚ ਫਸਦੇ ਜਾ ਰਹੇ ਨੇ ਤੇ ਉਹਨਾਂ ਨੂੰ ਲਾਂਭੇ ਕਰਨਾ ਪੈ ਰਿਹਾ। ਪਰ ਇਸ ਵੇਲੇ ਲਗਾਤਾਰ ਇਹਨਾਂ ਨੂੰ ਡਿਫੈਂਡ ਕਰ ਰਹੇ ਨੇ, ਉਹਦੀ ਸੈਂਸ ਕੋਈ ਨਹੀਂ ਬਣਦੀ, ਸਪੈਸ਼ਲੀ ਉਸ ਵੇਲੇ ਜਦੋਂ ਇਹਨਾਂ ਨੇ ਆਪ ਇਦਾਂ ਦੇ ਰੂਲ ਬਣਾਏ ਨੇ। ਜਿਹੜਾ ਟ੍ਰੈਫਿਕ ਕੋਰਟ ਹੈ, ਜਸਟਿਸ ਸਿਸਟਮ ਦੇ ਇੱਕ ਪੋਰਸ਼ਨ ਨੂੰ ਐਲੀਮੀਨੇਟ ਕਰ ਦਿੱਤਾ ਲੋਕਾਂ ਦੇ ਪੱਖ ਤੋਂ, ਤੇ ਦੂਸਰੇ ਪਾਸੇ ਤੁਸੀਂ ਉਹ ਬਹਾਨਾ ਬਣਾ ਰਹੇ ਹੋ ਕਿ ਸਿਸਟਮ ਦੇ ਵਿੱਚ ਇਹ ਪ੍ਰੋਬਲਮਾਂ ਨੇ,
ਇਸ ਤਰ੍ਹਾਂ ਜਿਹੜੇ ਵਿਕਟਮ ਬਣਦੇ ਲੋਕ ਆ ਬਣਦੇ ਨੇ। ਜੀ। ਮੇਰਾ ਮਤਲਬ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਜੋ ਵੀ ਕੀਤਾ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ, ਤੇ ਉਹਨਾਂ ਨੂੰ ਜੇ ਲੀਡਰਸ਼ਿਪ ਕੋਈ ਕਿਤੇ ਬਚੀ ਹੋਈ ਹੈ ਤੇ ਜ਼ਿੰਮੇਵਾਰੀ ਲੈ ਕੇ ਤੁਸੀਂ ਗੱਲ ਕੀਤੀ ਇਨਵੈਸਟੀਗੇਸ਼ਨ ਦੀ। ਹਾਂਜੀ। ਇਨਵੈਸਟੀਗੇਸ਼ਨ ਆਲਰੇਡੀ ਜੀ ਪ੍ਰੀਮੀਅਰ ਸਾਹਿਬ ਨੇ ਬਿਠਾ ਦਿੱਤੀ ਆ, ਤੇ ਕੋਰਟ ਆਫ ਕੁਈਨਸ ਬੈਂਚ ਦੇ ਰਿਟਾਇਰਡ ਜੱਜ ਨੇ ਮਿਸਟਰ ਕੈਂਟ, ਉਹਨਾਂ ਦੀ ਅਗਵਾਈ ਵਿੱਚ ਬਿਠਾਈ ਆ, ਤੇ 15 ਫਰਵਰੀ ਨੂੰ ਇਹਦੀ ਜਿਹੜੀ ਰਿਪੋਰਟ ਹੈ ਉਹ ਸਬਮਿਟ ਕੀਤੀ ਜਾਵੇਗੀ। ਹੁਣ ਮੇਰਾ ਸਵਾਲ ਇਹ ਹੈ ਕਿ ਇਹ ਜਿਹੜੀ ਇਨਕੁਆਇਰੀ ਬਿਠਾਈ ਗਈ ਆ ਕਿ ਵੇਖੋ ਭਾਈ ਇਹ ਜਿਹੜੀ ਕਾਲ ਸੀ ਕਿ ਇਹ ਜਿਹੜਾ ਜਸਟਿਸ ਸਿਸਟਮ ਆ ਉਹਦੇ ਵਿੱਚ ਕੋਈ ਇੰਟਰਵੈਂਸ਼ਨ ਤਾਂ ਨਹੀਂ ਕਰਨਾ ਚਾਹੁੰਦੀ ਸੀ। ਹੁਣ ਦੂਜੀ ਗੱਲਬਾਤ ਇਹ ਹੈ ਵੀ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਥਰਡ ਵਰਲਡ ਕੰਟਰੀਜ਼ ਨੇ, ਏਸ਼ੀਅਨ ਅਫਰੀਕਨ ਕੰਟਰੀਜ਼ ਨੇ, ਉਹਨਾਂ ਦੀ ਪੋਲਿਟਿਕਸ ਜਿਹੜੀ ਆ ਆਪਣੀ ਜਿਹੜੀ ਕੈਨੇਡਾ ਦੀ ਪੋਲਿਟਿਕਸ ਵਿੱਚ ਐਂਟਰ ਕਰ ਰਹੀ ਆ, ਹੈਵੀ ਹੋ ਰਹੀ ਹੈ, ਜਾਂ ਉੱਥੋਂ ਦੇ ਬੈਡ ਐਲੀਮੈਂਟਸ ਇੱਥੇ ਆ ਰਹੇ ਨੇ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ ਵੀ ਮੈਂ ਕਿਸੇ ਕਮਿਊਨਿਟੀ ਨੂੰ, ਕਿਸੇ ਨੇਸ਼ਨ ਨੂੰ ਜਾਂ ਕਿਸੇ ਕੰਟਰੀ ਨੂੰ ਉਦਾਹਰ ਬਣਾ ਕੇ ਮੈਂ ਤਾਂ ਕੀਤਾ ਜ਼ਿਕਰ ਕਿਉਂਕਿ ਇੰਡੀਆ ਦੀ ਗੱਲ ਕਰ ਲਓ, ਪੰਜਾਬ ਦੀ ਗੱਲ ਕਰ ਲਓ, ਉੱਥੇ ਡਾਇਰੈਕਟ ਇੰਟਰਵੈਂਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਹੈ ਲੀਡਰਸ ਵੱਲੋਂ ਪੁਲਿਸ ਦੇ ਸਿਸਟਮ ਦੇ ਵਿੱਚ। ਹਾਂ, ਉਹ ਦੇਖੋ ਸਿਆਸਤ ਦਾ ਇੱਕ ਜਿਹੜੀ ਪਹੁੰਚ ਆ, ਉਹ ਜਿਹੜੇ ਐਲੀਮੈਂਟ ਹੁੰਦੇ ਆ, ਚੰਗੀਆਂ ਧਿਰਾਂ, ਚੰਗੇ ਲੋਕ ਤੇ ਮਾੜੇ ਤਰ੍ਹਾਂ ਦੇ ਐਲੀਮੈਂਟ, ਜਾਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਪੋਲੀਟੀਕਲ ਅਪਰੋਚ ਵੀ ਆ ਜੀ, ਉਹ ਤੁਸੀਂ ਦੇਖਿਆ ਪੂਰੀ ਦੁਨੀਆ 'ਚ ਐਗਜ਼ਿਸਟ ਕਰਦੀ ਆ। ਔਰ ਬਹੁਤ ਸਮਾਂ ਨਹੀਂ ਹੋਇਆ, ਤੀਜੀ ਵੀਕ ਹੋਈ ਆ ਸ਼ਾਇਦ, ਜਨਵਰੀ 6 ਦੀ ਅਸੀਂ ਐਨੀਵਰਸਰੀ ਮਨਾ ਕੇ ਹਟੇ ਹਾਂ, ਜੋ ਕੁਛ ਅਮਰੀਕਾ 'ਚ ਹੋਇਆ। ਕੋਈ ਕਿਤੇ ਭੱਜ ਨਹੀਂ ਸਕਦਾ, ਠੀਕ ਆ। ਇਹਨੂੰ ਕਿਸੇ ਕਮਿਊਨਿਟੀ ਦੇ ਨਾਲ ਜਾਂ ਕਿਸੇ ਰੇਸ ਦੇ ਨਾਲ ਜੋੜ ਕੇ ਦੇਖਣਾ ਮੈਂ ਨਹੀਂ ਸਮਝਦਾ ਠੀਕ ਹੈ। ਪਰ ਇਹ ਠੀਕ ਹੈ ਵੀ ਜਿਹੜੇ ਬੁਰੇ ਲੋਕ ਨੇ ਉਹ ਕਿਤੇ ਵੀ ਹੋ ਸਕਦੇ ਨੇ, ਪਰ ਇਸ ਵੇਲੇ ਜਿਹੜੀ ਸਰਕਾਰ ਆ ਉਹਨੇ ਜਿਹੜੀਆਂ ਬੁਰੀਆਂ ਐਗਜ਼ਾਮਪਲ ਸੈੱਟ ਕਰਨ ਦੇ ਉਹ ਰਿਕਾਰਡ ਤੋੜ ਦਿੱਤੇ। ਇਹ ਗੱਲ ਇਕੱਲੀ ਆਪੋਜੀਸ਼ਨ ਨਹੀਂ ਕਹਿੰਦੀ, ਇਹ ਉਹ ਲੋਕ ਵੀ ਕਹਿੰਦੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ 2019 'ਚ ਵੋਟਾਂ ਪਾਈਆਂ ਸੀਗੀਆਂ ਜੀ। ਤੇ ਅਨਫੋਰਚੂਨੇਟ ਇਹ ਆ ਕਿ ਸਿੱਖਣ ਲਈ ਅਜੇ ਤਿਆਰ ਨਹੀਂ ਹੈਗੇ। ਦਿਓਲ ਸਾਹਿਬ, ਮੁੱਦੇ ਕੁਝ ਹੋਰ ਵੀ ਨੇ, ਸਮਾਂ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਲੈ ਲੈਂਦੇ ਆ ਔਰ ਫਿਰ ਗੱਲਬਾਤ ਅੱਗੇ ਤੋਰਦੇ ਹਾਂ ਜੀ। ਔਰ ਤੁਸੀਂ ਕਿਤੇ ਨਾ ਜਾਣਾ ਜੀ, ਦੇਖਦੇ ਰਹਿਣਾ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ, ਜਲਦ ਹਾਜ਼ਰ ਹੁੰਦੇ ਹਾਂ ਜੀ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਹੈ ਜੀ, ਐਨਡੀਪੀ ਪਾਰਟੀ ਦੇ ਚੁਣੇ ਹੋਏ ਐਮਐਲਏ ਐਡਮਿੰਟਨ ਮੈਡੋਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਸਰਦਾਰ ਜਸਵੀਰ ਸਿੰਘ ਦਿਓਲ ਭਾਜੀ। ਪਿਛਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕੀਤੀ ਅਲਬਰਟਾ ਦੇ ਵੱਖ-ਵੱਖ ਜਿਹੜੇ ਲੈਜਿਸਲੇਸ਼ਨਸ ਨੇ। ਹੁਣ ਇੱਕ ਬੜਾ ਅਹਿਮ ਮੁੱਦਾ ਵਾ, ਇਸ ਉੱਪਰ ਤੁਸੀਂ ਵੀ ਕਾਫੀ ਕੰਮ ਕੀਤਾ ਹੋਇਆ ਵਾ, ਪਿੱਛੇ ਜੇ ਤੁਹਾਡਾ ਇੱਕ ਆਰਟੀਕਲ ਪੜ੍ਹਨ ਨੂੰ ਵੀ ਮਿਲਿਆ, ਉਹ ਹੈਗਾ ਰੇਸਿਜ਼ਮ ਤੇ ਹੇਟ ਕ੍ਰਾਈਮ। ਬੀਤੀ ਜਨਵਰੀ ਦੀ ਗੱਲ ਆ, ਜਨਵਰੀ 1 ਨੂੰ ਇੱਕ ਘਟਨਾ ਹੁੰਦੀ ਹੈ 54 ਸਟਰੀਟ ਤੇ 122 ਐਵੀਨਿਊ ਤੇ। ਇੱਕ ਮੁਸਲਿਮ ਲੇਡੀ ਜਿਹੜੀ ਆ ਮਸਜਿਦ ਦੀ ਪ੍ਰਾਪਰਟੀ ਦੇ ਵਿੱਚ ਆਪਣੀ ਕਾਰ ਦੇ ਵਿੱਚ ਬੈਠਦੀ ਹੈ, ਤੇ ਇੱਕ ਇਨਸਾਨ ਜਿਹੜਾ ਵਾ, ਹੁਣ ਮੈਂ ਇਹ ਨਹੀਂ ਕਹਿਣਾ ਚਾਹਾਂਗਾ ਵੀ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਉਹ ਆ ਕੇ ਉਹਦੇ ਜਿਹੜੇ ਸ਼ੀਸ਼ੇ ਆ ਉਹ ਤੇ ਮੁੱਕੀਆਂ ਮਾਰਦਾ, ਉਹਦੇ ਉੱਪਰ ਥੁੱਕਦਾ, ਤੇ ਕਈ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਨੇ, ਇਸਲਾਮੋਫੋਬਿਕ ਥ੍ਰੈਟਸ ਉਹ ਵੀ ਦਿੰਦਾ ਉਹਨੂੰ ਹੁਣ ਚਾਰਜ ਸ਼ੀਟ ਕਰ ਦਿੱਤਾ ਗਿਆ ਵਾ, ਚਾਰਜ ਲੱਗ ਗਿਆ ਉਹਦੇ ਉੱਪਰ। ਨਾਮ ਹੈਗਾ ਉਹਦਾ ਜੈਫਰੀ ਰਿਆਨ ਹਿਲ, 34 ਸਾਲਾਂ ਦਾ ਨੌਜਵਾਨ ਆ। ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ, ਇਹ ਜਿਹੜੀਆਂ ਨੇ ਸਾਡੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾ ਰਹੀਆਂ ਨੇ, ਔਰ ਕਿਹੋ ਜਿਹੇ ਕੰਮ ਜਿਹੜੇ ਆ ਕੀਤੇ ਜਾ ਸਕਦੇ ਨੇ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕਮਿਊਨਿਟੀ ਨੂੰ ਫੇਸ ਨਾ ਕਰਨੀਆਂ ਪੈਣ। ਪਹਿਲਾਂ ਤਾਂ ਇਹ ਗੱਲ ਦੇਖੋ ਜੀ ਵੀ ਇਦਾਂ ਦੀ ਘਟਨਾ ਕਿਤੇ ਵੀ ਹੁੰਦੀ ਆ, ਸਪੈਸ਼ਲੀ ਜੀ ਉਹਦੀ ਨਿਖੇਧੀ ਕਰਨੀ ਬਣਦੀ ਆ। ਔਰ ਅਲਬਰਟਾ ਦੇ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਦੀ ਜਿਹੜੀ ਆ ਦੁਨੀਆ, ਇਹਦੇ ਵਿੱਚ ਇਦਾਂ ਦੀਆਂ ਘਟਨਾਵਾਂ ਦੀ, ਇਦਾਂ ਦਾ ਜਿਹੜਾ ਐਟੀਟਿਊਡ ਆ, ਇਹਦੀ ਕੋਈ ਥਾਂ ਨਹੀਂ ਹੈ ਜੀ। ਉਹਦੇ ਲਈ ਬਹੁਤ ਕੁਛ ਹੈ ਡੀਲ ਕਰਨ ਲਈ, ਪਰ ਨਾਲ ਦੀ ਨਾਲ ਬਹੁਤ ਕੁਛ ਇੰਪਰੂਵ ਕੀਤਾ ਜਾ ਸਕਦਾ ਸਰਕਾਰੀ ਪੱਧਰ ਦੇ ਉੱਤੇ। ਅਸੀਂ ਐਜ਼ ਏ ਆਪੋਜੀਸ਼ਨ ਉਹ ਪ੍ਰਪੋਜ਼ ਵੀ ਕਰਦੇ ਰਹੇ ਹਾਂ, ਉਹਨਾਂ ਨੂੰ ਮੁੱਦਿਆਂ ਨੂੰ ਵੀ ਉਠਾਇਆ, ਬਹੁਤ ਕੁਛ ਸਿਸਟਮ ਦੇ ਵਿੱਚ ਕੀਤਾ ਜਾਣ ਵਾਲਾ, ਪਰ ਉਹਦੇ ਬਾਵਜੂਦ ਜਿਹੜੀ ਇਮੀਡੀਏਟ ਰਿਐਕਸ਼ਨ ਇਸ ਘਟਨਾ ਦੇ ਉੱਤੇ ਮੈਂ ਸਮਝਦਾ ਉਹ ਇਹ ਆ ਵੀ ਇਹ ਇਟਸ ਨਾਟ ਟੋਲਰੇਬਲ, ਇਹ ਐਕਸੈਪਟੇਬਲ ਨਹੀਂ ਹੈ, ਇਹਦੀ ਨਿਖੇਧੀ ਕੀਤੀ ਜਾਣੀ। ਇਹ ਚੰਗੀ ਗੱਲ ਹੈ ਕਿ ਪੁਲਿਸ ਨੇ ਇਹਦੇ ਤੇ ਐਕਸ਼ਨ ਲਿਆ ਜੀ, ਤੇ ਹੋਪਫੁਲੀ ਜਿਹੜਾ ਉਹ ਬੰਦਾ ਆ ਉਹਦੇ ਕਨਸੀਕੁਐਂਸਸ ਫੇਸ ਕਰੂਗਾ। ਪਰ ਮੋਟੇ ਤੌਰ ਦੇ ਉੱਤੇ ਜਿਹੜਾ ਰੇਸਿਜ਼ਮ ਦਾ ਇਸ਼ੂ ਆ ਅਲਬਰਟਾ ਦੇ ਵਿੱਚ, ਖਾਸ ਕਰਕੇ ਕੈਨੇਡਾ ਦੇ ਵਿੱਚ ਹੀ ਵੈਸੇ ਬਹੁਤ ਬੜਾ ਪੁਰਾਣਾ ਜੀ, ਅਲਬਰਟਾ ਦੇ ਵਿੱਚ ਇਹਦੀ ਇੱਕ ਯੂਨੀਕ ਹਿਸਟਰੀ ਹੈ। ਤੇ ਇਹ ਅਜੇ ਕੋਈ ਸਰਕਾਰਾਂ ਦੀ ਪਾਲਿਸੀ ਨਹੀਂ ਹੈ, ਪਰ ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ, ਪ੍ਰਭਾਵੀ ਢੰਗ ਦੇ ਨਾਲ ਇਸ ਸਿਸਟਮ ਦੇ ਵਿੱਚ ਐਗਜ਼ਿਸਟ ਕਰਦਾ।
ਜਦੋਂ NDP ਆਈ ਆ, NDP ਨੇ ਇੱਕ ਇਹਨੂੰ ਅਪਰੋਚ ਦੇ ਤੌਰ ਦੇ ਉੱਤੇ ਲਿਆ ਅਤੇ ਉਹਦੇ 'ਤੇ ਕੰਮ ਸ਼ੁਰੂ ਕੀਤਾ ਸੀ, ਪਰ ਉਹ ਸਰਕਾਰ ਬਦਲਣ ਨਾਲ ਕੰਮ ਉੱਥੇ ਦਾ ਉੱਥੇ ਖੜ੍ਹ ਗਿਆ। ਅਸੀਂ ਸਰਕਾਰ ਨੂੰ ਕਹਿੰਦੇ ਰਹੇ ਇਹਨੂੰ ਅੱਗੇ ਤੋਰੋ। ਉਹਦੇ ਲਈ ਕੁਛ ਜਿਹੜੀਆਂ ਕੋਈ ਸਰਕਾਰੀ ਏਜੰਸੀਜ਼ ਵੀ ਬਣੀਆਂ ਸੀਗੀਆਂ ਜੀ, ਉਹ ਹਜੇ ਵੀ ਐਗਜ਼ਿਸਟ ਕਰਦੀਆਂ। ਉਹਨਾਂ ਨੂੰ ਕੋਈ ਸਪੋਰਟ ਚਾਹੀਦੀ ਸੀ ਸਰਕਾਰ ਨੂੰ, ਉਹ ਵੀ ਕਹਿੰਦੀਆਂ ਰਹੀਆਂ, ਅਸੀਂ ਵੀ ਕਹਿੰਦੇ ਰਹੇ ਅਤੇ ਉਹਨਾਂ ਨੇ ਕੰਪਲੇਂਟ ਵੀ ਕੀਤੀ, ਉਹਨਾਂ ਨੂੰ ਕੋਈ ਸਪੋਰਟ ਸਰਕਾਰ ਨੇ ਨਹੀਂ ਦਿੱਤੀ। ਉਹਦੇ ਤੋਂ ਬਾਅਦ ਉਹਨਾਂ ਕੋਲ ਇੱਕ ਰਿਕਮੈਂਡੇਸ਼ਨ ਵੱਡੀ ਰਿਪੋਰਟ ਦੇ ਰੂਪ ਵਿੱਚ ਵੀ, ਰਿਕਮੈਂਡੇਸ਼ਨ ਦੇ ਰੂਪ ਵਿੱਚ ਵੀ ਰਿਪੋਰਟ ਆਈ, ਉਹ ਵੀ ਉਵੇਂ ਪਈ ਆ। ਫਿਰ ਅਸੀਂ ਵੀ ਆਪੋਜੀਸ਼ਨ ਨੇ ਆਪਣੇ ਤੌਰ ਦੇ ਉੱਤੇ ਕੋਈ 10-12 ਮਹੀਨੇ ਲਾ ਕੇ ਅਲਬਰਟਾ ਵਾਈਡ ਲੋਕਾਂ ਦੇ ਨਾਲ ਕੰਸਲਟੇਸ਼ਨ ਕਰਕੇ ਇੱਕ ਰਿਪੋਰਟ ਜਿਹੜੀ ਤਿਆਰ ਕੀਤੀ, ਉਹ ਵੀ ਪਈ ਹੈ। ਸਰਕਾਰ ਨੂੰ ਕਹਿੰਦੇ ਉਹਦੇ 'ਤੇ ਕੰਮ ਕਰਨ ਦੀ ਲੋੜ ਹੈ। ਇਹ ਇੱਦਾਂ ਵੀ ਇੱਕ ਤਾਂ ਇਮੀਡੀਏਟਲੀ ਜਿਹੜੇ ਇੱਦਾਂ ਦੇ ਇੰਸੀਡੈਂਟ ਹੁੰਦੇ ਨੇ, ਉਹਨਾਂ ਦੇ ਉੱਤੇ ਐਡਮਿਨਿਸਟ੍ਰੇਟਿਵ ਜਿਹੜੇ ਵੀ ਤੁਹਾਡੇ ਕਿ ਸਟੈਪ ਨੇ ਉਹ ਲੈ ਜਾਣੇ ਚਾਹੀਦੇ ਨੇ, ਪਰ ਨਾਲ ਦੀ ਨਾਲ ਇੰਸਟੀਟਿਊਸ਼ਨਲ ਚੇਂਜਸ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਲੋੜ ਹੈ। ਅਤੇ ਅਸੀਂ ਪਿਛਲੇ ਸਾਲ ਤੋਂ ਹੀ ਜਿਹੜੀ ਮੰਗ ਕਰਦੇ ਆ ਰਹੇ ਸੀ, ਜਿਹੜੇ ਸਟੇਕ ਹੋਲਡਰਸ ਨੇ, ਜਿਹੜੀਆਂ ਕਮਿਊਨਿਟੀਜ਼ ਨੇ, ਜਿਨ੍ਹਾਂ ਦੇ ਭਾਈਚਾਰੇ ਦੇ ਇੰਡੀਵਿਜੂਅਲਸ ਮੈਂਬਰਾਂ ਨੂੰ ਇਹ ਸ਼ਿਕਾਰ ਹੋਣਾ ਪਿਆ ਇਹਨਾਂ ਇੰਸੀਡੈਂਟਸ ਦੇ, ਉਹਨਾਂ ਦੀ ਵੀ ਮੰਗ ਸੀ। ਉਹਨਾਂ ਦੇ ਬਿਹਾਫ ਅਸੀਂ ਉਹਨਾਂ ਦੀ ਆਵਾਜ਼ ਦੇ ਵਿੱਚ ਆਵਾਜ਼ ਮਿਲਾਉਂਦੇ ਹਾਂ। ਉਹਨਾਂ ਨੇ ਕਿਹਾ ਸੀ ਇੱਥੇ ਬਾਈ ਪਾਰਟੀਜ਼ਨ ਕਮੇਟੀ ਇੱਕ ਬਣੇ ਜਾਂ ਆਲ ਪਾਰਟੀ ਕਮੇਟੀ ਕਹਿ ਲਓ, ਜਿਹੜੀ ਇਹਨਾਂ ਮਸਲਿਆਂ ਨੂੰ ਇੱਕ ਤਾਂ ਡੀਨਾਊਂਸ ਕਰੇ ਕਲੈਕਟਿਵਲੀ, ਅਤੇ ਉਹਦਾ ਮੈਸੇਜ ਬੜਾ ਸਟਰੋਂਗ ਜਾਂਦਾ। ਦੂਸਰਾ ਫਿਰ ਉਹਦੇ 'ਤੇ ਸੋਚੇ ਜਿਹੜੇ ਅਗਲੇ ਐਕਸ਼ਨ ਰਲ ਕੇ ਕੀ ਲੈ ਜਾਣੇ ਚਾਹੀਦੇ। ਸਰਕਾਰ ਨੇ ਛੋਟੀ ਜਿਹੀ ਵੀ ਮੰਗ ਮੰਨਣ ਤੋਂ ਐਕਚੁਅਲੀ ਜਿਹੜਾ ਉਹ ਨਾ ਇਨਕਾਰ ਕੀਤਾ, ਨਾ ਉਹਦੇ 'ਤੇ ਕਦੇ ਜਵਾਬ ਦਿੱਤਾ, ਚੁੱਪ ਧਾਰ ਲੈਂਦੇ ਨੇ, ਉਹ ਮਾੜਾ ਪੱਖ ਹੈ ਜੀ। ਅਤੇ ਹੁਣ ਆਪਾਂ ਗੱਲ ਕਰ ਲੈਂਦੇ ਜੀ ਕਿ ਅਲਬਰਟਾ ਦਾ ਹੈਲਥ ਸਿਸਟਮ ਜਿਹੜਾ ਵਾ ਐਟ ਪ੍ਰੈਜ਼ੈਂਟ ਕਿਹੜੀ ਸਿਚੁਏਸ਼ਨ 'ਚ। ਜੇ ਕੱਲ੍ਹ ਦੀ ਖਬਰ ਦੀ ਗੱਲ ਕਰੀਏ ਤਾਂ 23 ਨਵੀਆਂ ਮੌਤਾਂ ਹੋ ਚੁੱਕੀਆਂ ਨੇ ਜੀ, ਜਿਨ੍ਹਾਂ ਨੇ ਕੋਵਿਡ ਕਰਕੇ ਹੋਈਆਂ ਨੇ, ਔਰ ਕੁੱਲ ਮੌਤਾਂ ਦੀ ਗਿਣਤੀ 3505 ਹੋ ਚੁੱਕੀ ਹੈ। ਅਤੇ ਹੌਸਪੀਟਲਾਈਜੇਸ਼ਨ 1418 ਹਾਈਐਸਟ ਆ ਹੁਣ ਤੱਕ ਦਾ। ਇਸੇ ਤਰ੍ਹਾਂ ICU ਦੇ ਵਿੱਚ 109 ਪੇਸ਼ੈਂਟ ਨੇ, ਔਰ ਨਵੇਂ ਜਿਹੜੇ ਕੇਸਿਸ ਆਏ ਨੇ ਲਗਭਗ 4500 ਨੇ। ਉਹਨਾਂ ਵਿੱਚੋਂ ਕੁਝ ਜਿਹੜੇ ਆ ਉਹ PCR ਟੈਸਟਿੰਗ ਹੋਈ ਹੈ ਅਤੇ ਕੁਝ ਉਹਨਾਂ ਦੀ ਲੈਬੋਰਟਰੀਜ਼ ਦੇ ਵਿੱਚ ਟੈਸਟਿੰਗ ਹੋਈ ਹੈ। ਔਰ ਇਸੇ ਤਰ੍ਹਾਂ ਇੱਕ ਨਵਾਂ ਜਿਹੜਾ ਸਬ ਵੇਰੀਐਂਟ ਜਿਹੜਾ ਵਾ ਓਮੀਕਰੋਨ ਦਾ ਦੱਸਿਆ ਜਾ ਰਿਹਾ ਵਾ BA.2, ਉਹ ਵੀ ਕੈਨੇਡਾ ਦੇ ਵਿੱਚ ਆ ਚੁੱਕਿਆ ਵਾ। 51 ਕੇਸ ਹੋ ਚੁੱਕੇ ਨੇ, ਔਰ ਖਾਸ ਕਰਕੇ ਅਲਬਰਟਾ ਦੇ ਵਿੱਚ 3 ਕੇਸਿਸ ਜਿਹੜੇ ਉਹ ਆ ਚੁੱਕੇ ਨੇ। ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੀ ਅਲਬਰਟਾ ਦਾ ਜਿਹੜਾ ਹੈਲਥ ਸਿਸਟਮ ਆ ਉਹਦੇ ਉੱਪਰ ਸਵਾਲੀਆ ਨਿਸ਼ਾਨ ਲੱਗਦਾ ਰਿਹਾ। ਇਹ ਜਿਹੜੀ ਸਿਚੁਏਸ਼ਨ ਆ, ਇਸ ਨੂੰ ਤੁਸੀਂ ਕਿਵੇਂ ਦੇਖਦੇ, ਕਿਵੇਂ ਹੈਂਡਲ ਕੀਤਾ ਜਾ ਸਕਦਾ ਹੈ ਜਾਂ ਜਾਣਾ ਚਾਹੀਦਾ ਸੀ? ਦੇਖੋ ਵੀ ਸਰਕਾਰ ਦੀ ਜਿਹੜੀ ਅਲਬਰਟਾ ਦੀ ਪਹੁੰਚ ਆ, ਬੇਸਿਕਲੀ ਕੋਵਿਡ ਨੇ ਪੂਰੀ ਦੁਨੀਆ ਦੇ ਉੱਤੇ ਅਸਰ ਕੀਤਾ, ਕੈਨੇਡਾ ਦੇ ਵੱਖ-ਵੱਖ ਥਾਂ 'ਤੇ ਵੀ ਹੋਇਆ, ਪਰ ਅਲਬਰਟਾ ਦੀ ਸਰਕਾਰ ਨੇ ਜਿਸ ਤਰ੍ਹਾਂ ਇਹਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ, ਉਹ ਤੁਸੀਂ ਇਸ ਢੰਗ ਨਾਲ ਵੀ ਦੇਖ ਸਕਦੇ ਕਿ ਸਰਕਾਰ ਦੀ ਜਿਹੜੀ ਪਾਪੂਲੈਰਿਟੀ ਆ ਕੰਪੈਰੇਟਿਵਲੀ ਜੀ ਉਹ ਇੰਨੀ ਲੋ ਆ ਕੈਨੇਡਾ ਦੇ ਵਿੱਚ। ਸਭ ਤੋਂ ਥੱਲੇ ਜਿਹੜੀ ਆ ਉਹ ਇਸ ਪ੍ਰੀਮੀਅਰ ਦੀ ਲੋਐਸਟ ਜਿਹੜੀ ਪਾਪੂਲੈਰਿਟੀ ਹੈ। ਉਹਦਾ ਕਾਰਨ ਬੇਸਿਕਲੀ ਇਹੀ ਹੈ ਜਿਹੜਾ ਲੋਕਾਂ ਦਾ ਰਿਐਕਸ਼ਨ ਹੈ। ਇੱਕ ਤਾਂ ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ, ਇਹਨਾਂ ਦੇ ਕੰਮ 'ਚ ਬਿਲਕੁਲ ਨਹੀਂ ਹੈ ਜੀ। ਅੱਜ ਵੀ ਜਿਹੜੀ ਆਡੀਟਰ ਜਨਰਲ ਦੀ ਰਿਪੋਰਟ ਹੈ ਉਹਦੇ 'ਤੇ ਆਪੋਜੀਸ਼ਨ ਨੇ ਕਮੇਟੀ ਮੀਟਿੰਗ, ਜਿਹੜੀ ਸਪੈਸ਼ਲ ਸਟੈਂਡਿੰਗ ਕਮੇਟੀ ਮੀਟਿੰਗ ਸੀਗੀ, ਉਹਦੇ ਵਿੱਚ ਆਪੋਜੀਸ਼ਨ ਨੇ ਬੇਸਿਕਲੀ ਉਹਦੀ ਰਿਪੋਰਟ ਜਿਹੜੀ ਆਡੀਟਰ ਜਨਰਲ ਨੂੰ ਉਹ ਸਰਬ ਪਾਰਟੀ ਕਮੇਟੀ ਹੁੰਦੀ ਹੈ ਉਹਦੇ ਵਿੱਚ ਪੇਸ਼ ਕਰਨੀ ਚਾਹੀਦੀ ਸੀ ਜੀ। ਜਿਵੇਂ ਪਹਿਲਾਂ ਕਿਹਾ ਜਾਂਦਾ ਰਿਹਾ ਸੀ ਕਿ ਜਿਹੜੇ ਡੀਨਾ ਹਿੰਸ਼ਾ ਨੇ CEO, ਉਹਨਾਂ ਨੂੰ ਤੁਸੀਂ ਉਹਦੇ ਵਿੱਚ ਸੱਦ ਕੇ ਉਹਨਾਂ ਨੂੰ ਮੌਕਾ ਦਿਓ ਉਹਨਾਂ ਨਾਲ ਗੱਲਬਾਤ ਕਰਨ ਦਾ। ਇਸ ਵਾਰ ਵੀ ਸਰਕਾਰੀ ਮੈਂਬਰਾਂ ਨੇ ਪਾਸ ਕਰ ਦਿੱਤਾ, ਹਾਲਾਂਕਿ ਉਹ ਪਬਲਿਕ ਹੋਊਗੀ ਜੀ, ਪਰ ਜਿਹੜੇ ਇਲੈਕਟਿਡ ਮੈਂਬਰਸ ਨੇ ਉਹ ਉਹਨਾਂ ਦੇ ਨਾਲ ਸਵਾਲ ਜਵਾਬ ਨਹੀਂ ਕਰ ਸਕਣਗੇ, ਉਹਨਾਂ ਤੋਂ ਸਿੱਧੀ ਇਨਫੋਰਮੇਸ਼ਨ ਨਹੀਂ ਲੈ ਸਕਣਗੇ ਜੀ। ਅਤੇ ਉਹ 10 ਦੇ ਕਰੀਬ ਉਹਦੇ 'ਚ ਰਿਪੋਰਟਾਂ ਨੇ ਕੋਵਿਡ ਨਾਲ ਸੰਬੰਧਿਤ ਜਿਹੜਾ ਰਿਸਪੌਂਸ ਸਰਕਾਰ ਦਾ, ਅਤੇ ਉਹਦੇ 'ਤੇ ਉਹਨਾਂ ਨੇ ਵੋਟ ਪਾ ਦਿੱਤੀ ਨੋ। ਟਰਾਂਸਪੇਰੈਂਸੀ ਕੋਈ ਨਹੀਂ ਹੈ ਅਤੇ ਕਲੈਰਿਟੀ ਕੋਈ ਨਹੀਂ ਹੈ, ਕਨਫਿਊਜ਼ ਕੀਤਾ ਗਿਆ ਲੋਕਾਂ ਨੂੰ। ਔਰ ਜਿੱਥੋਂ ਤੱਕ ਲੋਕਾਂ ਨੂੰ ਪ੍ਰੀਵੈਂਟ 'ਤੇ ਜਿਹੜਾ ਇਹ ਕੋਵਿਡ ਦਾ ਸੀ, ਇਹਦੇ ਤੋਂ ਪ੍ਰੀਵੈਂਟ ਅਤੇ ਪ੍ਰੋਟੈਕਟ ਕਰਨ ਲਈ ਜਿਹੜੇ ਮੈਜਰ ਲਾਣੇ ਸੀ, ਉਹ ਸਭ ਤੋਂ ਅਖੀਰ ਦੇ ਵਿੱਚ ਜੀ ਅਤੇ ਸਭ ਤੋਂ ਮਿਨੀਮਮ ਜਦੋਂ ਪੂਰਾ ਪ੍ਰੈਸ਼ਰ ਬਿਲਡ ਹੋ ਜਾਂਦਾ ਸੀ। ਫਿਰ ਇੱਦਾਂ ਦੀ ਤੁਸੀਂ ਦੇਖੋ ਵੀ ਆਪ ਤੁਸੀਂ ਇੱਕ ਅਨਾਊਂਸਮੈਂਟ ਕਰਨ ਤੋਂ ਬਾਅਦ ਆਪ ਹੀ ਤੁਸੀਂ ਉਹ ਜਿਹੜੇ ਆਪਣੇ ਆਰਡਰ ਸੀ ਉਹਨਾਂ ਨੂੰ ਬ੍ਰੇਕ ਕਰਦੇ ਹੋ, ਅਤੇ ਕਿਸੇ ਵੀ ਢੰਗ ਦੇ ਨਾਲ ਇਹਨਾਂ ਨੇ ਕੋਈ ਸੰਜੀਦਗੀ ਵਾਲਾ ਵਿਹਾਰ ਨਹੀਂ ਕੀਤਾ। ਮੈਂ ਸਮਝਦਾ ਉਹਦਾ ਰੋਲ ਜਿਹੜਾ ਬਹੁਤ ਵੱਡਾ ਆ, ਔਰ ਲੋਕਾਂ ਦੇ ਵਿੱਚ ਇਹਦੀ ਚਰਚਾ ਵੀ ਹੈ, ਲੋਕਾਂ ਦੇ ਵਿੱਚ ਇਸ ਗੱਲ ਦਾ ਵਿਰੋਧ ਵੀ ਬਹੁਤ ਜ਼ਿਆਦਾ। ਔਰ ਅਨਫੋਰਚੂਨੇਟ ਇਹ ਆ ਕਿ ਸਾਡਾ ਲੋਕਾਂ ਨੂੰ ਇਹਦੀ ਕੀਮਤ ਪੇ ਕਰਨੀ ਪੈ ਰਹੀ ਹੈ, ਔਰ ਸਾਡਾ ਜਿਹੜਾ ਹੈਲਥ ਸਿਸਟਮ ਹੈ ਆਲਮੋਸਟ ਕਲੈਪਸਿੰਗ 'ਤੇ ਆ। ਇਹਦੀ ਪ੍ਰੋਪਰ ਇਨਫੋਰਮੇਸ਼ਨ ਵੀ ਲੋਕਾਂ ਨੂੰ ਦੇ ਨਹੀਂ ਸਕੇ, ਅਤੇ ਇਸੇ ਕਰਕੇ ਬੜੇ ਵੱਖਰੇ ਰੂਪਾਂ 'ਚ ਜਿਹੜੇ ਇਹਦਾ ਪ੍ਰਤੀਕਰਮ ਹੈ
ਉਹ ਸਾਨੂੰ ਸਾਹਮਣੇ ਆਉਂਦਾ, ਚਾਹੇ ਉਹ ਪਹਿਲਾਂ ਵੈਕਸੀਨ ਜਿਹੜੀ ਵੈਕਸੀਨੇਸ਼ਨ ਜੀ। ਅਪਟੇਕ ਸੀ ਉਹਦੇ ਵਿੱਚ ਸੀ, ਚਾਹੇ ਹੁਣ ਜਿਹੜੇ ਬੱਚਿਆਂ ਦੀ ਵੈਕਸੀਨੇਸ਼ਨ ਅਪਟੇਕ ਆ ਉਹਦੇ ਵਿੱਚ ਦੇਖ ਉਹਦੇ 'ਚ ਵੀ ਲਓ। ਲੋਕ ਇੱਕ ਤਾਂ ਜਿਹੜੇ ਬਣਦੇ ਤੁਸੀਂ ਮੈਜਰ ਨਹੀਂ ਲੈਂਦੇ ਜੀ। ਦੂਸਰਾ ਤੁਸੀਂ ਜਾਣਬੁੱਝ ਕੇ ਲੋਕਾਂ ਨੂੰ ਕਨਫਿਊਜ਼ ਕਰਦੇ ਹੋ, ਕਿਉਂਕਿ ਤੁਸੀਂ ਆਪਣਾ ਬੇਸ ਜਿਹੜਾ ਕਿਦਾਂ ਦਾ ਰੱਖਿਆ ਹੋਇਆ, ਲੋਕਾਂ ਨੂੰ ਡਿਵਾਈਡ ਕਰਕੇ ਰੱਖਣ ਵਾਲਾ, ਜੀ। ਕਿਤੇ ਉਹਨੂੰ ਪਤਿਆਉਂਦੇ ਹੋ, ਕਿਤੇ ਤੁਸੀਂ ਕੁਝ ਕਰਦੇ ਹੋ, ਤੇ ਲੋਕ ਲਗਾਤਾਰ ਜਿਹੜਾ ਉਹਦੀ ਕੀਮਤ ਅਦਾ ਕਰ ਰਹੇ ਆ। ਇਸੇ ਤਰ੍ਹਾਂ ਦੀ ਇੱਕ ਖਬਰ ਜਿਹੜੀ ਹੈ ਜੀ ਰੈੱਡ ਡੀਅਰ ਤੋਂ ਆ ਰਹੀ ਹੈ ਕਿ ਰੈੱਡ ਡੀਅਰ ਜਿਹੜਾ ਰੀਜਨਲ ਹਸਪੀਟਲ ਆ, ਉੱਥੇ ਇੱਕ ਵਿਅਕਤੀ ਐਤਵਾਰ ਦੀ ਰਾਤ ਦੀ ਗੱਲ ਆ 14 ਘੰਟੇ ਉੱਥੇ ਐਮਰਜੈਂਸੀ ਦੇ ਵਿੱਚ ਬੈੱਡ ਦੀ ਵੇਟ ਕਰਦਾ ਰਹਿੰਦਾ ਵਾ, ਆਖਰ ਉਹਦੀ ਮੌਤ ਹੋ ਜਾਂਦੀ ਹੈ। ਸੋ ਇਹ ਜਿਹੜੀਆਂ ਖਬਰਾਂ ਨੇ ਇਹ ਹੋਰ ਜ਼ਿਆਦਾ ਚਿੰਤਾਜਨਕ ਹੋ ਜਾਂਦੀਆਂ ਨੇ ਉਦੋਂ ਜਦੋਂ ਸਾਡੇ ਹੈਲਥ ਮਿਨਿਸਟਰ ਜੇਸਨ ਕੋਪਿੰਗ ਹੁਣੀ ਇਹ ਕਹਿੰਦੇ ਨੇ ਕਿ ਆਈ ਐਕਨੋਲੇਜ ਵੀ ਹੈਵ ਇਨਫਰਾਸਟ੍ਰਕਚਰ ਡੈਫਿਸਿਟ। ਸੋ ਮੇਰਾ ਸਵਾਲ ਇਹ ਹੈ ਵੀ ਕੀ ਪਿਛਲੇ 2 ਸਾਲ ਲਗਭਗ ਹੋ ਗਏ ਆ ਹੈਲਥ ਸਿਸਟਮ ਨੂੰ ਜੂਝਦਿਆਂ ਕੋਵਿਡ ਦੇ ਨਾਲ, ਤੇ ਉਦੋਂ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਹੋਇਆ ਵੀ ਭਾਈ ਇਨਫਰਾਸਟ੍ਰਕਚਰ ਘੱਟ ਹੈ ਤੇ ਇਹਦੇ ਉੱਪਰ ਵਰਕਆਊਟ ਕੀਤਾ ਜਾਵੇ? ਤੁਸੀਂ ਇਹ ਦੇਖੋ ਵੀ ਪਹਿਲੀ ਗੱਲ ਮੈਂ ਜਿਵੇਂ ਕਹਿ ਕੇ ਹਟਿਆ ਪਹਿਲੇ ਸਵਾਲ ਦੇ ਵਿੱਚ ਮੈਂ ਕਹੀ ਸੀ ਕਿ ਸਰਕਾਰ ਦੇ ਕੋਲ ਸਾਰੀ ਇਨਫੋਰਮੇਸ਼ਨ ਹੈ ਜੀ। ਆਪੋਜੀਸ਼ਨ ਨੂੰ ਵੀ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਅੰਡਰ ਜਾ ਕੇ ਉਹ ਇਨਫੋਰਮੇਸ਼ਨ ਕਢਾਉਣੀ ਪੈਂਦੀ ਆ। ਹਾਊਸ ਦੇ ਅੰਦਰ ਤੇ ਹਾਊਸ ਦੇ ਬਾਹਰ ਦੋਨੇ ਥਾਈਂ ਉਹ ਮੁਕਰਦੇ ਰਹਿੰਦੇ, ਐਂਡ ਤਾਈਂ ਮੁਕਰਦੇ ਰਹਿੰਦੇ, ਕੋਈ ਇਨਫੋਰਮੇਸ਼ਨ ਨਹੀਂ ਹੈ। ਸਰਕਾਰ ਦੀ ਜਿਹੜੀ ਇਹਦੇ ਵਿੱਚ ਇਮਾਨਦਾਰੀ ਨਹੀਂ ਹੈ, ਸਰਕਾਰ ਦੀ ਇਹਦੇ ਵਿੱਚ ਬੇਈਮਾਨੀ ਜਿਹੜੀ ਆ, ਪੋਲੀਟੀਕਲ ਉਹਨਾਂ ਦੇ ਜਿਹੜੇ ਏਜੰਡੇ ਨੇ, ਫਿਲੋਸੋਫੀਕਲ ਜਿਹੜਾ ਉਹਨਾਂ ਦੀ ਪਹੁੰਚ ਹੈ ਉਹਦੇ ਪਿੱਛੇ, ਉਹ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆ ਕਿ ਜੇ ਉਹਨਾਂ ਦੇ ਕੋਲ, ਮੈਂ ਸਮਝਦਾ ਕਿ ਮੈਂ ਕੋਈ ਉੱਦਾਂ ਦਾ ਲਫ਼ਜ਼ ਵਰਤਣਾ ਨਹੀਂ ਚਾਹੁੰਦਾ ਕਿ ਲੋਕ ਸਫਰ ਕਰ ਰਹੇ ਨੇ ਜੀ, ਬਿਮਾਰ ਹੋ ਰਹੇ ਨੇ, ਲੋਕਾਂ ਦੇ ਪਰਿਵਾਰਕ ਮੈਂਬਰ ਉਹਨੇ ਗਵਾ ਲਏ, ਤੇ ਸੈਂਸਿਟੀਵਿਟੀ ਦੀ ਜਿਹੜੀ ਇੰਨੀ ਘਾਟ ਹੈ। ਹੈਲਥ ਕੇਅਰ ਤਾਂ ਇੱਕ ਪਾਸੇ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਇੱਕ ਸਕੂਲ ਦੇ ਪ੍ਰਿੰਸੀਪਲ ਜਿਹੜੇ 15 ਸਾਲ ਦੇ ਸੀ, ਉਹਨਾਂ ਨੇ ਆਪਣੀ ਜੌਬ ਕੁਇਟ ਕਰ ਦਿੱਤੀ। ਉਹ ਕਹਿੰਦੇ ਵੀ ਜਦੋਂ ਤੋਂ ਇਹੋ ਜਿਹੜੀ 4th ਵੇਵ ਆਈ ਸੀ ਉਦੋਂ ਤੋਂ ਹਾਲ ਮੇਰੀ ਇਹ ਆ ਵੀ ਕੰਟੈਕਟ ਟ੍ਰੇਸਿੰਗ ਦਾ ਕੰਮ ਵੀ ਕਰ ਰਹੇ ਆ, ਪੜ੍ਹਾ ਵੀ ਰਹੇ ਆ, ਸੇਫਟੀ ਮੈਜਰਸ ਵੀ ਦੇਖ ਰਹੇ ਆ, ਔਰ 24 ਆਵਰ ਜਿਹੜੇ ਆ ਅਸੀਂ ਔਨ ਕਾਲ ਆ, ਔਰ 1 ਮਿੰਟ ਲਈ ਅਸੀਂ ਫੋਨ ਸਵਿਚ ਨਹੀਂ ਕਰ ਸਕਦੇ, ਤੇ ਨਾ ਸਾਡਾ ਕੋਈ ਡਾਊਨ ਟਾਈਮ ਹੈ। ਇੰਨੀ ਸਟ੍ਰੈਸਡ ਲਾਈਫ ਜੀਵ ਰਹੇ ਟੀਚਰ ਨੇ, ਠੀਕ ਹੈ ਨਾ। ਤੇ ਫਾਈਨਲੀ ਸ਼ੀ ਹੈਜ਼ ਡਿਸਾਈਡਡ ਟੂ ਕੁਇਟ ਜੌਬ ਐਂਡ ਮੈਂ ਰਜਿਸਟਰਡ ਨਰਸ ਨੂੰ ਮਿਲਿਆ, ਤੁਸੀਂ ਕਿੰਨੇ ਔਖੇ ਹੋ ਕੇ ਆਪਣਾ ਕੈਰੀਅਰ ਬਿਲਡ ਕਰਦੇ ਹੋ। ਸ਼ੀ ਹੈਜ਼ ਕੁਇਟ ਜੌਬ ਫਾਈਨਲੀ। ਉਹ ਹੁਣ ਕਿਹਾ ਵੀ ਮੈਂ ਸੌਰੀ, ਮਾਫੀ ਚਾਹੁੰਦੀ ਹਾਂ, ਜਿਸ ਟਾਈਮ ਦੇ ਉੱਤੇ ਮੇਰੀ ਸਭ ਤੋਂ ਵੱਧ ਲੋੜ ਸੀ ਇਸ ਸੋਸਾਇਟੀ ਨੂੰ, ਮੈਂ ਉਸ ਵੇਲੇ ਛੱਡ ਕੇ ਚੱਲੀ ਹਾਂ, ਪਰ ਅਨਫੋਰਚੂਨੇਟਲੀ ਮੈਂ ਸਮਝਦੀ ਇਸ ਤੋਂ ਬਾਅਦ ਮੈਂ ਮਰ ਹੀ ਜਾਣਾ। ਇਹ ਹਾਲਾਤ ਹੈ, ਇਹ ਮੇਰੇ ਕੁਝ ਪਰਸਨਲ ਨੇੜੇ ਦੇ ਐਕਸਪੀਰੀਅੰਸ ਨੇ ਹੈ ਜਿਨ੍ਹਾਂ ਨੂੰ ਮੈਂ ਪਰਸਨਲੀ ਮਿਲਿਆ। ਤੇ ਸਰਕਾਰ ਕੋਲ ਸਾਰਾ ਕੁਝ, ਸਰਕਾਰ ਕੋਲ ਰਿਪੋਰਟਾਂ ਨੇ, ਸਰਕਾਰ ਕੋਲ ਇਮਾਨਦਾਰੀ ਨਹੀਂ। ਪਰ ਮੈਂ ਲੋਕਾਂ ਨੂੰ ਜ਼ਰੂਰ ਚਾਹੁੰਦਾ ਕਿ ਇਹਦੇ ਵੱਲ ਇੱਕ ਤਾਂ ਧਿਆਨ ਦਿੱਤਾ ਜਾਵੇ, ਜਿੰਨੇ ਵੀ ਪਬਲਿਕ ਹੈਲਥ ਆਰਡਰਸ ਉਹਨਾਂ ਨੂੰ ਫਾਲੋ ਕਰੋ। ਵੈਕਸੀਨ ਲੋਕਾਂ ਨੂੰ ਬਚਾਉਂਦਾ, ਇਹ ਗੱਲ ਪ੍ਰੂਵ ਹੋ ਚੁੱਕੀ ਆ, ਉਹਦਾ ਜ਼ਰੂਰ ਤੁਸੀਂ ਫਾਇਦਾ ਲਓ। ਜਿੱਥੇ ਵੈਕਸੀਨ ਅਵੇਲੇਬਲ ਹੈ ਤੁਸੀਂ ਡਿਊ ਆ ਤੇ ਵੈਕਸੀਨ ਤੁਸੀਂ ਜ਼ਰੂਰ ਲਓ, ਤੇ ਨਾਲ ਦੀ ਨਾਲ ਸਰਕਾਰ ਤੇ ਪ੍ਰੈਸ਼ਰ ਬਿਲਡ ਕਰੋ ਟਰਾਂਸਪੇਰੈਂਸੀ ਦਾ, ਤੇ ਨਾਲ ਦੀ ਨਾਲ ਜਿਹੜੇ ਮੈਜਰ ਲੈਣ। ਸਕੂਲਾਂ ਦਾ ਬਹੁਤ ਬੁਰਾ ਹਾਲ ਹੈ, ਸਕੂਲਾਂ ਦੇ ਵਿੱਚ ਇਸ ਵੇਲੇ ਤੁਸੀਂ ਅੰਦਾਜ਼ਾ ਲਾਓ ਵੀ ਜਦੋਂ ਅਸੀਂ ਅਸਧਾਰਨ ਹਾਲਤਾਂ ਦੇ ਵਿੱਚ ਗੁਜ਼ਰ ਰਹੇ ਹਾਂ, ਉਸ ਵੇਲੇ ਜਿਹੜਾ 2020 ਦਾ ਬਜਟ ਸੀ ਉਹ ਵੀ ਨਹੀਂ ਸਪੈਂਡ ਕੀਤਾ, ਉਹ 'ਚ ਪੈਸੇ ਸੇਵ ਕਰ ਲੈ, ਜਦੋਂ ਕਿ ਲੋੜ ਇਸ ਗੱਲ ਦੀ ਸੀ ਕਿ ਐਕਸਟਰਾ ਮੈਜਰ ਲੈਣੇ ਸੀ ਤੁਸੀਂ ਜੀ। ਇਹ ਹਾਲਾਤ। ਤੇ ਜਿਵੇਂ ਤੁਸੀਂ ਹੁਣੇ ਇੱਕ ਪ੍ਰਿੰਸੀਪਲ ਸਾਹਿਬ ਦੇ ਜਿਹੜੇ ਤਜਰਬੇ, ਨਿੱਜੀ ਤਜਰਬੇ ਤੁਸੀਂ ਸ਼ੇਅਰ ਕੀਤੇ, ਉਹਦੇ ਨਾਲ ਰਿਲੇਟਡ ਇੱਕ ਜੀ ਤਾਜ਼ੀ ਰਿਪੋਰਟ ਆਈ ਹੈ ਅਲਬਰਟਾ ਟੀਚਰ ਐਸੋਸੀਏਸ਼ਨ ਦੀ। ਉਹ ਰਿਪੋਰਟ ਜਿਹੜੀ ਆ ਉਹ ਇਸ ਨੂੰ ਮੇਜਰ ਕਰਨ ਵਾਸਤੇ ਕੀਤੀ ਗਈ ਵੀ ਕੋਵਿਡ-19 ਦਾ ਜਿਹੜਾ ਪ੍ਰਭਾਵ ਆ ਉਹ K-12 ਜਿਹੜੇ ਸਟੂਡੈਂਟਸ ਆ ਜਾਂ ਸਕੂਲਸ ਆ ਜਾਂ ਟੀਚਰ ਆ ਉਹਨਾਂ ਦੇ ਉੱਪਰ ਕਿੰਨਾ ਕੁ ਪਿਆ। ਇਸ ਸਰਵੇ ਦੇ ਵਿੱਚ 1000 ਦੇ ਕਰੀਬ ਅਲਬਰਟਾ ਤੋਂ ਟੀਚਰ ਲਏ ਗਏ ਤੇ 200 ਲੀਡਰ ਲਏ ਗਏ, ਔਰ ਉਹਦੇ ਵਿੱਚ ਰਿਵੀਲ ਇਹ ਹੋਇਆ ਕਿ ਲੈਵਲ ਆਫ ਫਟੀਕ, ਸਟ੍ਰੈਸ ਤੇ ਐਂਗਜ਼ਾਇਟੀ ਜਿਹੜਾ ਵਾ ਲਗਾਤਾਰ ਵਧ ਰਿਹਾ। ਔਰ ਜਿਹੜੇ ਰਿਸਪੋਂਡੈਂਟਸ ਨੇ ਉਹਨਾਂ ਨੇ ਕਈਆਂ ਨੇ ਕਿਹਾ ਭਾਈ ਵੀ ਮੈਂ ਤਾਂ ਕਮਿਟ ਕਰ ਜਾਣਾ, ਜਾਂ ਮੈਂ ਨੈਕਸਟ ਈਅਰ ਜਿਹੜਾ ਵਾ ਉਹ ਕੋਈ ਹੋਰ ਜੌਬ ਜਿਹੜੀ ਆ ਸਰਚ ਆਊਟ ਕਰੂੰਗਾ, ਤੇ ਜਾਂ ਮੈਂ ਪ੍ਰੋਵਿੰਸ ਹੀ ਛੱਡ ਜਾਣਾ। ਸੋ ਇਹ ਵੀ ਇੱਕ ਚਿੰਤਾਜਨਕ ਕੰਮ ਹੈ ਕਿ ਹੈਲਥ ਡਿਪਾਰਟਮੈਂਟ ਦੇ ਨਾਲ ਨਾਲ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਦੇ ਵਿੱਚ ਵੀ ਸਟ੍ਰੈਸ ਜਿਹੜਾ ਵਾ ਲਗਾਤਾਰ ਵਧ ਰਿਹਾ। ਦੇਖੋ ਬੱਚਿਆਂ ਨੂੰ ਜਿਹੜੀ ਆ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਉਹਨਾਂ ਦਾ ਰਾਈਟ ਹੈ ਜੀ, ਬਹੁਤ ਮਿਹਨਤ ਦੇ ਨਾਲ ਜਿਹੜਾ ਸਿਸਟਮ ਹੈ ਇੱਥੇ ਡਿਵੈਲਪ ਹੋਇਆ। ਤੇ ਇਹ ਸ਼ੁਰੂ ਦੇ ਵਿੱਚ ਹੀ ਆਪੋਜੀਸ਼ਨ ਦੀ ਪ੍ਰਪੋਜ਼ਲ ਵੀ ਦਿੱਤੀ ਸੀ ਇੱਕ ਪੂਰੀ, ਸਕੂਲ ਬੋਰਡਸ ਨੇ ਪ੍ਰਪੋਜ਼ਲਾਂ ਦਿੱਤੀਆਂ, ਜਿਹੜੇ ਐਜੂਕੇਟਰ ਨੇ ਚਾਹੇ ਟੀਚਰ ਸੀ ਉਹਨਾਂ ਦੀਆਂ ਜਿਹੜੀਆਂ ਐਸੋਸੀਏਸ਼ਨਾਂ ਉਹਨਾਂ ਨੇ ਸਰਵੇ ਕਰਵਾ ਕੇ ਆਪਣੀਆਂ ਦਿੱਤੀਆਂ।
ਅਨਫੋਰਚੂਨੇਟਲੀ ਜਿਹੜਾ ਆ, ਤੁਸੀਂ ਜਿਹੜੇ ਸਰਵੇ ਦਿੱਤੇ, ਉਹ ਮੈਂ ਸਰਵੇ ਪੜ੍ਹਿਆ, ਉਹ ਇੰਨਾ ਦੁਖਦਾਈ ਪੱਖ ਹੈ ਕਿ ਜਿਹੜੇ ਉਹਦੇ ਵਿੱਚ ਟੀਚਰ ਨੇ, ਐਜੂਕੇਟਰ ਨੇ, ਉਹਨਾਂ ਦੀ ਗਿਣਤੀ ਡਬਲ ਹੋ ਗਈ। ਜਿਹੜੇ ਕਹਿੰਦੇ ਵੀ ਅਸੀਂ ਛੱਡ ਹੀ ਦੇਣਾ ਹੈ, ਉਹ 14% 7% ਲੋਕ ਸੀਗੇ, ਹੁਣ 14% ਕਹਿੰਦੇ ਕਿੱਤਾ ਹੀ ਛੱਡ ਦੇਣਾ ਜੀ, ਤੇ 7% ਹੋਰ ਲੋਕ ਕਹਿੰਦੇ ਆ ਵੀ ਅਲਬਰਟਾ ਛੱਡ ਦੇਣਾ, ਜੇ ਪੜਾਵਾਂਗੇ ਤਾਂ ਕਿਤੇ ਹੋਰ ਪੜਾਵਾਂਗੇ। 21% ਲੋਕ ਤੇ ਕੰਮ ਹੀ ਨਹੀਂ ਕਰਨਾ ਚਾਹੁੰਦੇ, ਔਰ 92% ਨੇ ਜਿਹੜੀ ਹਾਲਾਤ ਤੁਸੀਂ ਬਿਆਨ ਕੀਤੇ ਨੇ ਉਹ ਵੀ ਪੜ੍ਹੇ ਨੇ। ਪਰ ਉਹਦੇ ਬਾਵਜੂਦ ਛੋਟੀਆਂ ਛੋਟੀਆਂ ਕੁਝ ਗੱਲਾਂ ਨੇ। ਤੁਸੀਂ 2020 ਦੇ ਬਜਟ 'ਚੋਂ 600 ਮਿਲੀਅਨ ਸੇਵ ਕਰ ਲਿਆ ਜੀ, ਤੁਸੀਂ 2021 ਦੇ ਬਜਟ 'ਚੋਂ ਸੇਵ ਕਰ ਰਹੇ ਹੋ, ਤੇ ਛੋਟੀਆਂ ਛੋਟੀਆਂ ਗੱਲਾਂ ਉਹਨਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਤੇ ਦੁਖਦਾਈ ਗੱਲ ਹੈ, ਲੋਕਾਂ ਦੀ ਸਿਹਤ ਕੰਪਰੋਮਾਈਜ਼ ਹੋ ਰਹੀ ਆ, ਬੱਚਿਆਂ ਦੀ ਜਿਹੜੀ ਸਿਹਤ ਕੰਪਰੋਮਾਈਜ਼ ਹੋ ਰਹੀ ਆ, ਐਜੂਕੇਟਰਸ ਦੀ ਹੋ ਰਹੀ, ਫੈਮਲੀਜ਼ ਦੀ ਹੋ ਰਹੀ, ਔਰ ਉਹਦੀ ਜਿਹੜੀ ਐਜੂਕੇਸ਼ਨ ਹੈ 3 ਵੀਕਾਂ ਨਹੀਂ ਲੰਘੀਆਂ, ਪਹਿਲਾਂ ਤੁਸੀਂ 1 ਵੀਕ ਪੋਸਟਪੋਨ ਕੀਤਾ, ਹਾਲਾਂਕਿ ਉਹਨਾਂ ਨੇ ਉਹ ਜਨਵਰੀ ਦੀ ਪਹਿਲੀ ਵੀਕ ਸਕੂਲ ਜਾਣਾ ਸੀ ਜੀ, ਤੁਸੀਂ ਉਹਨੂੰ ਡਿਲੇ ਕੀਤਾ। ਤਾਂ ਤੀਜੀ ਵੀਕ ਅਜੇ ਆਈ ਨਹੀਂ, ਤੇ ਸਕੂਲਾਂ ਦੇ ਇੰਨੇ ਆਊਟਬ੍ਰੇਕ ਹੋ ਚੁੱਕੇ ਨੇ, ਇੰਨੀਆਂ ਜਾਣੀ ਕਿ ਗੈਰ ਹਾਜ਼ਰੀਆਂ, ਇੰਨੇ ਬੱਚੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਹੋਏ ਨੇ, ਔਰ ਟੀਚਰਾਂ 'ਤੇ ਇੰਨਾ ਜ਼ਿਆਦਾ ਸਟ੍ਰੈਸ ਹੋ ਗਿਆ ਕਿ ਹਾਲਾਤ ਕਾਬੂ ਤੋਂ ਬਾਹਰ ਨਹੀਂ, ਕੋਈ ਪੜ੍ਹਾਉਣ ਕਿਵੇਂ। ਇਹਦੇ ਤੋਂ ਪਹਿਲਾਂ ਉਹਨਾਂ ਨੇ 25,000 ਸਟਾਫ ਜਿਹੜਾ ਜੀ, ਉਹ ਇੱਕ ਟਵੀਟ ਕਰਕੇ ਉਹ ਲੇ ਆਫ ਕਰ ਦਿੱਤਾ ਸੀਗਾ, ਤੇ ਉਹਨਾਂ ਨੂੰ ਕਿਹਾ ਸੀ ਇਹ ਟੈਂਪਰੇਰੀ ਆ। ਅੱਜ ਤੱਕ 2 ਸਾਲ ਹੋ ਗਏ ਆ, ਉਹਨਾਂ ਨੂੰ ਜਿਹੜਾ ਹਾਇਰ ਨਹੀਂ ਕੀਤਾ। ਮਾੜਾ ਪੱਖ ਹੈ, ਕੋਈ ਚੰਗੀ ਗੱਲ ਹੋਵੇ ਸਾਨੂੰ ਵੀ ਚੰਗਾ ਲੱਗਦਾ, ਕੋਈ ਚੰਗੀ ਗੱਲ ਡਿਸਕਸ ਕਰੀਏ, ਪਰ ਬਹੁਤ ਮਾੜਾ ਪੱਖ ਹੈ। ਲੋਕਾਂ ਨੂੰ ਇਹਦੇ 'ਤੇ ਪ੍ਰੈਸ਼ਰ ਬਣਾਉਣਾ ਚਾਹੀਦਾ, ਆਪਣੇ ਦੇ ਬੱਚਿਆਂ ਦੀ ਸੇਫਟੀ ਲਈ, ਆਪਣੀ ਸੇਫਟੀ ਲਈ, ਆਪਣੇ ਪਰਿਵਾਰਾਂ ਦੀ, ਔਰ ਆਪਣੇ ਜਿਹੜੇ ਇਲੈਕਟਿਡ ਹੈਗੇ ਰਿਪਰੈਜ਼ੈਂਟੇਟਿਵ, ਉਹ ਜਿੱਥੇ ਵੀ ਹਨ, ਕਿਸੇ ਵੀ ਪਾਰਟੀ ਦੇ ਹਨ, ਉਹਨਾਂ ਤੋਂ ਅਪਰੋਚ ਜ਼ਰੂਰ ਕਰੋ। ਜੋਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ ਔਰ ਇੰਨੇ ਅਲਬਰਟਾ ਦੀ ਰਾਜਨੀਤੀ ਨਾਲ ਸੰਬੰਧਿਤ ਅਹਿਮ ਮੁੱਦਿਆਂ ਉੱਪਰ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਆਉਣ ਵਾਲੇ ਸਮੇਂ ਵਿੱਚ ਫਿਰ ਤੁਹਾਨੂੰ ਸੱਦਾ ਦੇਵਾਂਗੇ ਜੀ, ਤਦ ਤੱਕ ਲਈ ਧੰਨਵਾਦ। ਧੰਨਵਾਦ। ਸੋ ਇਹ ਸਨ ਸਰਦਾਰ ਜਸਵੀਰ ਸਿੰਘ ਦਿਓਲ, ਐਡਮਿੰਟਨ ਮੈਡੋਜ਼ ਤੋਂ NDP ਪਾਰਟੀ ਦੇ MLA। ਆਸ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਦੇ ਉੱਪਰ ਵਿਸਥਾਰ ਸਹਿਤ ਚਰਚਾ ਕੀਤੀ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।